ਕੋਵਿਡ ਚੱਲ ਰਿਹਾ ਸੀ ਉਦੋਂ ਵੀ ਜਿਹੜੇ ਐਸੈਂਸ਼ੀਅਲ ਵਰਕਰ ਸੀ ਉਹਨਾਂ ਦੇ ਬੱਚੇ ਸਕੂਲ ਜਾ ਰਹੇ ਸੀ। ਤਕਰੀਬਨ 5,500 ਬੱਚਾ ਸਕੂਲ ਜਾਂਦਾ ਰਿਹਾ ਹੈ ਕੋਵਿਡ ਦੇ ਦੌਰਾਨ ਵੀ। ਸੋ ਉਹਨਾਂ ਦੇ ਵਿੱਚ 0 ਕੇਸਿਸ ਪਾਏ ਗਏ। ਰਿਸਕ ਤਾਂ ਹਮੇਸ਼ਾ ਥੋੜਾ ਬਹੁਤ ਰਹੂਗਾ ਜਦ ਤੱਕ ਵੈਕਸੀਨੇਸ਼ਨ ਨਹੀਂ ਆਉਂਦੀ। ਸਪਰੈਡ ਹੋਣਾ ਪਰਸਨ ਟੂ ਪਰਸਨ ਹੋਣਾ, ਕਦੀ ਨਾ ਕਦੀ ਤੇ ਤੁਹਾਨੂੰ ਲੋਕਡਾਊਨ ਖੋਲਣਾ ਹੀ ਪੈਣਾ। ਇਹਦਾ ਮਤਲਬ ਇਹ ਆ ਵੀ ਹਰ ਇੱਕ ਕੈਨੇਡੀਅਨ ਨੂੰ ਵੈਕਸੀਨ ਮਿਲ ਸਕਦੀ ਜਦੋਂ ਵੈਕਸੀਨ ਤਿਆਰ ਹੋਊਗੀ। ਵਾਇਰਸ ਪੂਰੀ ਤਰ੍ਹਾਂ ਗਿਆ ਨਹੀਂ ਹੈਗਾ, ਪਰ ਜਦ ਤੱਕ ਵੈਕਸੀਨ ਨਹੀਂ ਆਉਂਦੀ ਸਾਨੂੰ ਵੱਡੀ ਗੈਦਰਿੰਗ 'ਚ ਨਹੀਂ ਜਾਣਾ ਚਾਹੀਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ FYI ਮੀਡੀਆ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਚੰਗੀ ਗੱਲ ਇਹ ਹੈ ਕਿ BC ਦੇ ਵਿੱਚ ਲਗਾਤਾਰ ਕਰੋਨਾ ਵਾਇਰਸ ਦੇ ਕੇਸ ਉਹ ਘਟ ਰਹੇ ਨੇ, ਪਰ ਆਊਟਬ੍ਰੇਕਸ ਫਿਰ ਵੀ ਕਿਸੇ ਨਾ ਕਿਸੇ ਕਮਿਊਨਿਟੀ ਦੇ ਵਿੱਚ ਸਾਹਮਣੇ ਆ ਰਹੀਆਂ ਨੇ। ਡੈਥ ਘਟ ਰਹੀਆਂ ਨੇ, ਪਰ 1-2 ਡੈਥ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਕੀ ਕਾਰਨ ਹੋ ਸਕਦੇ ਨੇ ਇਹਨਾਂ ਮੌਤਾਂ ਦੇ ਪਿੱਛੇ? ਕੀ ਕੋਰੋਨਾ ਵਾਇਰਸ ਦੀ ਜੋ ਵੈਕਸੀਨ ਹੈਗੀ ਆ ਉਹ ਜਲਦ ਆਉਣ ਵਾਲੀ ਹੈ? ਕਿਉਂਕਿ ਸ਼ਾਇਦ ਜੋ ਕੈਨੇਡਾ ਹੈ ਉਹ ਬਲਕ ਦੇ ਵਿੱਚ ਜੋ ਇੰਜੈਕਸ਼ਨ ਦੇ ਲਈ ਸਿਰਿੰਜ ਯੂਜ਼ ਕੀਤੀਆਂ ਜਾਂਦੀਆਂ ਨੇ, 37 ਮਿਲੀਅਨ ਸਿਰਿੰਜ ਉਹ ਜਿਹੜੀਆਂ ਨੇ ਆਰਡਰ ਕੀਤੀਆਂ ਜਾਣ ਵਾਲੀਆਂ ਨੇ। ਸੋ ਕੀ ਕੁਝ ਹੋਣ ਵਾਲਾ ਹਰੇਕ ਹਫਤੇ ਦੀ ਤਰ੍ਹਾਂ ਇਸ ਹਫਤੇ ਵੀ ਮੇਰੇ ਨਾਲ ਡਾਕਟਰ ਪ੍ਰਗਟ ਸਿੰਘ ਪੁਰ ਜੀ ਨੇ, ਜੋ ਕਿ ਸਾਨੂੰ ਅਪਡੇਟ ਦਿੰਦੇ ਨੇ ਕਿ ਕੀ ਕੁਝ ਹੋ ਰਿਹਾ ਵਰਲਡ ਵਾਈਡ ਤੇ BC ਦੇ ਵਿੱਚ। ਸੋ ਡਾਕਟਰ ਪੁਰ ਜੀ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਅਰਸ਼ਜੀ, ਔਰ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਡਾਕਟਰ ਪੁਰ ਜੀ, ਤੁਹਾਨੂੰ ਇਹ ਨਹੀਂ ਲੱਗਦਾ ਹੁੰਦਾ ਜਦੋਂ ਅਸੀਂ ਬਾਹਰ ਜਾਂਦੇ ਆ ਜਾਂ ਹੁਣ BC ਦੇ ਵਿੱਚ 4 ਕੇਸ ਜਿਹੜੇ ਨੇ ਉਹ ਆਉਂਦੇ ਨੇ? ਜੇ ਅਸੀਂ ਕੱਲ ਦੇ ਕੇਸਾਂ ਦੀ ਗੱਲ ਕਰ ਲਈਏ, 4 ਕੇਸ ਤੇ ਕੋਈ ਵੀ ਡੈਥ ਨਹੀਂ ਹੈਗੀ। ਸੋ ਥੋੜੇ ਜਿਹੇ ਦਿਨ ਪਹਿਲਾਂ ਵੀ 4 ਕੇਸ ਸੀਗੇ, ਕੋਈ ਡੈਥ ਨਹੀਂ ਸੀਗੀ। ਸੋ ਉਦੋਂ ਲੱਗਦਾ ਹੁੰਦਾ ਕਿ ਕਰੋਨਾ ਵਾਇਰਸ ਹੈ ਹੀ ਨਹੀਂਗਾ, ਅਸੀਂ ਨੋਰਮਲ ਜਿਉਂਦੇ ਆ। ਪਰ ਜਦੋਂ ਅਸੀਂ ਫਿਰ ਡੇਟਾ ਵੇਖਦੇ ਆ, ਵਰਲਡ ਵਾਈਡ ਨਜ਼ਰ ਮਾਰਦੇ ਆ, ਤਾਂ ਫਿਰ ਕਿਤੇ ਨਾ ਕਿਤੇ ਉਹ ਜਿਹੜਾ ਡਰ ਹੈਗਾ ਨਾ ਥੋੜਾ ਬਹੁਤ ਆਪਣੇ ਉਹ ਫਿਰ ਦੁਬਾਰਾ ਸਾਹਮਣੇ ਆ ਜਾਂਦਾ ਹੈਗਾ ਆ। ਸੋ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਡੈਥਸ ਦੀ, ਕੇਸਿਸ ਦੀ, ਕੇਸ ਜਿਹੜੇ ਨੇ ਉਹ BC ਦੇ ਵਿੱਚ ਘਟ ਰਹੇ ਨੇ, ਪਰ ਆਊਟਬ੍ਰੇਕ ਹੁਣ ਐਬਸਫੋਰਡ ਦੇ ਵਿੱਚ 2 ਆਊਟਬ੍ਰੇਕ ਹੋਰ ਹੋ ਗਈਆਂ ਨੇ। ਜਦੋਂ ਇੱਕ ਆਊਟਬ੍ਰੇਕ ਘਟਦੀ ਹੈ ਤਾਂ ਫਿਰ ਵੱਧ ਜਾਂਦੀ ਹੈ। ਸੋ ਕੀ ਕਾਰਨ ਨੇ ਇਹਨਾਂ ਚੀਜ਼ਾਂ ਦੇ ਕਿ ਇੱਕ ਵਾਰ ਤਾਂ ਬਿਲਕੁਲ ਲੋ ਲੈਵਲ ਹੋ ਜਾਂਦਾ ਨੇ ਤੇ ਇੱਕ ਵਾਰੀ ਫਿਰ ਜਿਹੜਾ ਲੈਵਲ ਆ ਫਿਰ ਹਾਈ ਹੋ ਜਾਂਦਾ ਹੈ? ਹਾਂਜੀ, ਬਹੁਤ ਸੋਹਣਾ ਸਵਾਲ ਹੈਗਾ ਅਰਸ਼ਜੀ ਤੁਹਾਡਾ। ਔਰ BC ਨੇ ਪੂਰੇ ਨਾਰਥ ਅਮਰੀਕਾ ਔਰ ਯੂਰਪ 'ਚ ਸਭ ਤੋਂ ਵਧੀਆ ਪਰਫਾਰਮੈਂਸ ਕੀਤਾ। ਔਰ ਸਾਡੇ ਜਿਹੜੇ ਕੇਸਿਸ ਆ ਆਲਮੋਸਟ 85% ਤੋਂ ਜ਼ਿਆਦਾ ਰਿਕਵਰ ਹੋ ਚੁੱਕੇ ਆ। ਸਿਰਫ 200 ਤੋਂ ਜ਼ਿਆਦਾ ਕੁਝ ਵਿਅਕਤੀ ਹੈਗੇ ਜਿਹੜੇ ਇਸ ਵੇਲੇ ਕੋਵਿਡ ਨਾਲ ਪੀੜਿਤ ਹੈਗੇ, ਔਰ ਹਸਪੀਟਲ 'ਚ ਬਹੁਤ ਘੱਟ ਨੇ, ICU 'ਚ ਬਹੁਤ ਘੱਟ ਨੇ। ਸੋ 6000 ਸਾਡੇ ਕੋਲ ਬੈੱਡ ਹੈਗਾ ਹਸਪੀਟਲ 'ਚ, ਜਿਹੜੇ ਐਡਮਿਟਡ ICU ਪਾ ਕੇ ਕਰੀਬਨ 35 ਦੇ ਲਾਗੇ ਚਾਗੇ, ਉਸ ਤੋਂ ਉੱਤੇ ਨਹੀਂ ਆ। ਹੁਣ ਇਹ ਤੁਹਾਨੂੰ ਪਤਾ ਵੀ ਇਹ ਕਲੋਜ਼ ਕੰਟੈਕਟ ਦੇ ਨਾਲ ਹੀ ਫੈਲਦਾ। ਸੋ ਰੈਸੀਡੈਂਸ਼ੀਅਲ ਕੇਅਰ ਹੋਮ, ਇੰਸਟੀਟਿਊਟਸ ਤੇ ਜਿਹੜੇ ਪਿੱਛੇ ਚਿਕਨ ਪਲਾਂਟਸ ਜਿਹੜੇ ਹੈਗੇ ਸੀ, ਕੁਝ ਹਫ਼ਤੇ ਪਹਿਲਾਂ ਆਪਾਂ ਗੱਲ ਕੀਤੀ ਸੀ। ਸੋ ਅਜੇ ਵੀ ਵਾਇਰਸ ਜਿਹੜਾ ਹੈਗਾ ਕਮਿਊਨਿਟੀ 'ਚ ਲੋ ਗ੍ਰੇਡ 'ਚ ਹੈਗਾ, ਇਹ ਪੂਰੀ ਤਰ੍ਹਾਂ ਗਿਆ ਨਹੀਂ ਹੈ, ਔਰ ਥੋੜਾ ਬਹੁਤ ਇਹਨੇ ਰਹਿਣਾ। ਇਸ ਲਈ ਸਾਨੂੰ ਅਜੇ ਵੀ ਸਭ्य ਰਹਿਣ ਦੀ ਲੋੜ ਹੈਗੀ ਹੈ। ਜਿਹੜੇ ਅਸੀਂ ਪ੍ਰੋਸੀਜਰ ਕਰਦੇ ਆ ਰਹੇ ਹਾਂ, ਫਿਜ਼ੀਕਲ ਡਿਸਟੈਂਸ 6 ਫੁੱਟ ਮਿਨੀਮਮ, ਉਸ ਤੋਂ ਜ਼ਿਆਦਾ ਵੀ ਰੱਖ ਸਕਦੇ ਤੇ ਵਧੀਆ। ਮਾਸਕ ਜਦੋਂ ਬਾਹਰ ਜਾਂਦੇ ਉਦੋਂ ਲਾਉਣਾ, ਹੱਥ ਧੋਣੇ ਸਾਬਣ ਔਰ ਪਾਣੀ ਦੇ ਨਾਲ, ਸੈਨੀਟਾਈਜ਼ਰ। ਔਰ ਅਗਰ ਤੁਹਾਨੂੰ ਕੋਈ ਵੀ ਮਾੜਾ ਜਿਹਾ ਵੀ ਲੱਛਣ ਲੱਗਦਾ ਹੈ ਤੇ ਤੁਸੀਂ ਆਪਣੀ ਟੈਸਟਿੰਗ ਕਰਾ ਸਕਦੇ ਹੋ। ਹੁਣ ਟੈਸਟਿੰਗ ਸਾਰਿਆਂ ਦੇ ਲਈ ਅਵੇਲੇਬਲ ਹੈਗੀ ਆ। ਮੁੱਢਲੇ ਦਿਨਾਂ 'ਚ ਟੈਸਟਿੰਗ ਦੀ ਕਿਟਸ ਵੀ ਨਹੀਂ ਅਵੇਲੇਬਲ ਸੀ, ਔਰ ਜਿਹੜੇ ਫਰੰਟ ਲਾਈਨ 'ਚ ਹੈਲਥ ਕੇਅਰ ਪ੍ਰੋਵਾਈਡਰਸ ਜਿਹੜੇ ਕਰ ਰਹੇ ਸੀ ਕੰਮ, ਜਾਂ ਕੋਵਿਡ ਪੇਸ਼ੈਂਟ ਜਿਨ੍ਹਾਂ ਨੂੰ ਐਡਮਿਟ ਕਰਨਾ ਸੀ ICU, ਉਹਨਾਂ ਦੀ ਟੈਸਟਿੰਗ ਕੀਤੀ ਜਾਂਦੀ ਸੀ। ਹੁਣ ਤੱਕ ਕਿਟਸ ਅਵੇਲੇਬਲ ਹੈਗੀਆਂ, ਔਰ ਹੋਰ ਸਾਰਾ ਇਹਦੇ ਉੱਤੇ ਰਿਸਰਚ ਵੀ ਹੋ ਰਿਹਾ। ਸੋ ਇਹ ਅਪ ਐਂਡ ਡਾਊਨ ਜਿਹੜਾ ਹੈਗਾ ਕੰਮ ਚੱਲਦਾ ਰਹੇਗਾ। ਔਰ ਖੁਸ਼ੀ ਵਾਲੀ ਗੱਲ ਇਹ ਹੈਗੀ ਆ ਵੀ ਸਾਡੀਆਂ ਨਵੀਂ ਡੈਥਸ ਰਿਪੋਰਟ ਨਹੀਂ ਹੋ ਰਹੀਆਂ, ਨਵੇਂ ਐਡਮਿਸ਼ਨਸ ਰਿਪੋਰਟ ਨਹੀਂ ਹੋ ਰਹੇ। ਸੋ ਉੱਦਾਂ ਵੀ ਕੋਵਿਡ ਦੇ ਵਿੱਚ BC ਦੇ ਵਿੱਚ 94% ਜਿਨ੍ਹਾਂ ਨੂੰ ਕੋਵਿਡ ਹੋਇਆ ਉਹਨਾਂ ਨੂੰ ਬੜੇ ਮਾਈਲਡ ਸਿੰਪਟਮ ਹੋਏ ਵੀ ਉਹ ਘਰਾਂ ਦੇ ਵਿੱਚ ਹੀ ਬਹਿ ਕੇ ਉਹਨਾਂ ਦਾ ਇਲਾਜ ਕੀਤਾ ਜਾਂ ਉਹਨਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ। ਹੁਣ ਕੰਟੈਕਟ ਟ੍ਰੇਸ ਕਰਕੇ ਆਪਾਂ ਆਈਸੋਲੇਟ ਕਰਦੇ ਹਾਂ। ਜਿਹੜੀ BC ਨੇ ਬਹੁਤ ਵਧੀਆ ਕੀਤੀ ਵੀ ਜਿਹੜੇ ਵਿਅਕਤੀ ਨੂੰ ਕਰੋਨਾ ਹੋਇਆ ਸੀ, ਕੋਵਿਡ ਹੋਇਆ ਸੀ, ਉਹਦੇ ਕੰਟੈਕਟ ਸੇ ਉਹਨਾਂ ਨੂੰ ਜਾ ਕੇ ਆਈਸੋਲੇਟ ਕੀਤਾ ਤਾਂ ਕਿ ਨਾ ਫੈਲੇ, ਕਿਉਂਕਿ ਇਹ ਫੈਲਦਾ ਇੱਕ ਇਨਸਾਨ ਤੋਂ ਦੂਜੇ ਇਨਸਾਨ ਨੂੰ। ਔਰ ਹਿੰਦੁਸਤਾਨ ਦੇ ਵਿੱਚ ਜਿਹੜੇ ਸਟੇਟ ਨੇ ਸਿਮਿਲਰ ਕੀਤਾ ਉਹ ਹੈਗਾ ਕੇਰਲਾ, ਜਿਨ੍ਹਾਂ ਨੇ ਸਾਰਾ ਸਟੇਟ ਲੋਕਡਾਊਨ ਕਰ ਦਿੱਤਾ ਸੀ ਔਰ ਕੰਟੈਕਟ ਟ੍ਰੇਸਿੰਗ ਕਰਕੇ ਉਹਨਾਂ ਨੇ ਸਾਰਿਆਂ ਨੂੰ ਆਈਸੋਲੇਟ ਕੀਤਾ ਸੀ। ਪੰਜਾਬ ਦੀ ਪਰਫਾਰਮੈਂਸ ਵੀ ਬਹੁਤ ਵਧੀਆ ਰਹੀ ਆ। ਲੇਕਿਨ ਜਿਹੜੀ ਮੇਰੀ ਨਗਰੀ ਆ ਬੰਬੇ, ਕਿਉਂਕਿ ਉਹ ਬਹੁਤ ਵੱਡਾ ਪੋਪੂਲੇਸ਼ਨ ਹੈਗੀ ਆ, 25-30 ਮਿਲੀਅਨ ਦੇ ਲਾਗੇ, ਨਾਲੇ ਸਲਮ ਏਰੀਆ 'ਚ ਜਿੱਥੇ 6x6 ਘਰ ਦੇ ਵਿੱਚ ਪੂਰਾ ਟੱਬਰ ਰਹਿੰਦਾ, ਤੁਸੀਂ ਕਿੱਦਾਂ ਫਿਜ਼ੀਕਲ ਡਿਸਟੈਂਸ ਕਰੋਗੇ? ਸੋ ਉੱਥੇ ਜਿਹੜਾ ਗਰੀਬ ਏਰੀਆ, ਖਾਸ ਕਰਕੇ ਬੰਬੇ ਔਰ ਅਹਿਮਦਾਬਾਦ, ਉੱਥੇ ਕੇਸਿਸ ਜ਼ਿਆਦਾ। ਸਾਡੇ ਮੌਂਟਰੀਅਲ ਔਰ ਟੋਰਾਂਟੋ ਦੇ ਏਰੀਆ 'ਚ ਵੀ ਜ਼ਿਆਦਾ ਹੈਗੇ ਆ,
ਔਰ ਇਹ ਪੈਟਰਨ ਅਸੀਂ ਦੇਖਦੇ ਰਹਾਂਗੇ ਵੱਖ-ਵੱਖ ਜਗ੍ਹਾ 'ਚ ਵੱਖ-ਵੱਖ ਪੈਟਰਨ। ਬਿਲਕੁਲ ਤੇ ਨਾਲ-ਨਾਲ ਹੁਣ ਕੈਨੇਡਾ ਦੇ ਵੱਲੋਂ ਜੋ ਗੱਲ ਕੀਤੀ ਜਾ ਰਹੀ ਹੈ ਕਿ 37 ਮਿਲੀਅਨ ਸਿਰਿੰਜ ਜਿਹੜੀਆਂ ਨੇ ਉਹ ਆਰਡਰ ਕੀਤੀਆਂ ਜਾਣਗੀਆਂ ਬਲਕ ਦੇ ਵਿੱਚ, ਕਿ ਜੇ ਵੈਕਸੀਨ ਆਉਂਦੀ ਹੈ ਤਾਂ ਸਾਰਿਆਂ ਨੂੰ ਵੈਕਸੀਨ ਦਿੱਤੀ ਜਾਵੇਗੀ। ਹੁਣ ਪਹਿਲੀ ਗੱਲ ਤਾਂ ਇਹ ਕਿ ਵੈਕਸੀਨ ਛੇਤੀ ਆਉਣ ਵਾਲੀ ਹੈ, ਜਿਹੜੀਆਂ ਅਜਿਹੀਆਂ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਨੇ, ਤੇ ਪਰ ਜੇ ਇਹ ਵੈਕਸੀਨ ਆਉਂਦੀ ਹੈ ਤਾਂ ਸਾਰੇ ਕੈਨੇਡਾ ਨੂੰ ਜਿਹੜੀ ਹੈ ਵੈਕਸੀਨ ਲਾਉਣੀ ਲਾਜ਼ਮੀ ਕੀਤੀ ਜਾਵੇਗੀ। ਦੇਖੋ ਨੰਬਰ ਹੈਗਾ 37 ਮਿਲੀਅਨ ਔਰ ਅੰਦਾਜ਼ੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਵੀ 37 ਮਿਲੀਅਨ ਕੈਨੇਡਾ ਦੀ ਆਬਾਦੀ ਹੈਗੀ ਆ। ਜਿਹੜੇ ਸੈਂਸਸ ਜਿਹੜੇ 2016 ਦੇ ਸੀ ਉਹ 35 ਮਿਲੀਅਨ ਦੱਸਦੇ ਸੀ, ਲੇਕਿਨ ਉਸ ਤੋਂ ਗਾਂਹ ਅਸੀਂ ਨਿਕਲ ਚੁੱਕੇ ਹਾਂ। ਸੋ ਹੋ ਸਕਦਾ 37 ਤੋਂ ਜ਼ਿਆਦਾ ਵੀ ਹੋਏ, ਲੇਕਿਨ ਘੱਟ ਤੋਂ ਘੱਟ ਉਹਨਾਂ ਨੇ 37 ਮਿਲੀਅਨ ਕਿਹਾ। ਇਹਦਾ ਮਤਲਬ ਇਹ ਆ ਵੀ ਹਰ ਇੱਕ ਕੈਨੇਡੀਅਨ ਨੂੰ ਵੈਕਸੀਨ ਮਿਲ ਸਕਦੀ ਜਦੋਂ ਵੈਕਸੀਨ ਤਿਆਰ ਹੋਊਗੀ। ਲੇਕਿਨ ਵੈਕਸੀਨ ਅਜੇ ਬਿਲਕੁਲ ਅਸੀਂ ਦੂਰਬੀਨ ਲਾ ਕੇ ਵੀ ਦੇਖੀਏ ਤਾਂ ਨਜ਼ਰ ਨਹੀਂ ਆ ਰਹੀ। ਸੋ ਘੱਟ ਤੋਂ ਘੱਟ 1 ਤੋਂ 1.5 ਸਾਲ ਮਿਨੀਮਮ ਲੱਗਣਾ, ਕਿਉਂਕਿ ਕੈਨੇਡਾ ਚਾਹੁੰਦਾ ਵੀ ਉਹਨਾਂ ਦੀ ਜਿਹੜੀ ਹਿਊਮਨ ਟ੍ਰਾਇਲਸ ਆ ਕੈਨੇਡਾ ਦੀ ਧਰਤੀ ਦੇ ਉੱਤੇ ਹੋਣ। ਜਿਹੜੀ ਕੈਨਸਾਈਨੋ ਬਾਇਓਲੋਜਿਕ ਜਿਹੜੀ ਬੀਜਿੰਗ ਦੀ ਕੰਪਨੀ ਆ, ਉਹਨਾਂ ਨੇ ਆਪਣੇ ਹਿਊਮਨ ਟ੍ਰਾਇਲ ਬੀਜਿੰਗ 'ਚ ਕਰ ਲਿੱਤੇ, ਫੇਜ਼ 2 'ਚ ਚਲੇ ਗਏ ਐਕਚੁਅਲੀ, ਫੇਜ਼ 1 ਤੋਂ ਨਿਕਲ ਕੇ ਫੇਜ਼ 2। ਲੇਕਿਨ ਸਾਡੇ ਟ੍ਰਾਇਲਸ ਹੈਲੀਫੈਕਸ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਸਾਡੀ ਧਰਤੀ ਤੇ ਹੋਣਗੇ, ਸਾਡਾ ਡੇਟਾ ਹੋਊਗਾ, ਸਾਡੇ ਧਰਤੀ ਦੇ ਉੱਤੇ ਵੈਕਸੀਨ ਬਣੂਗੀ ਔਰ ਅਸੀਂ ਉਹਦੇ ਉੱਤੇ ਮਾਣ ਕਰਾਂਗੇ ਔਰ ਸਾਡੇ ਸਾਰੇ ਬਾਸ਼ਿੰਦੇ। ਮੈਨੂੰ ਲੱਗਦਾ ਵੀ ਸਾਡੀ ਸਰਕਾਰ ਇੰਨੀ ਦਿਆਲੂ ਆ। ਚਲੋ ਸਾਰੇ ਜਿਹੜੇ ਕੈਨੇਡਾ 'ਚ ਰਹਿੰਦੇ ਆ ਉਹਨਾਂ ਉੱਤੇ ਮਿਲੂਗੀ, ਜਿਹੜੇ ਸਟੂਡੈਂਟ ਵੀ ਆਏ ਆ, ਜਿਹੜੇ ਇਮੀਗ੍ਰੈਂਟ ਵੀ ਸੈਟਲ ਹੋ ਰਹੇ ਆ, ਈਵਨ ਟੂਰਿਸਟ ਵੀ ਉਸ ਟਾਈਮ ਤੇ ਹੋਣਗੇ। ਕਿਉਂਕਿ ਅਸੀਂ ਚਾਹੁੰਦੇ ਹਾਂ ਹਰ ਇੱਕ ਨੂੰ ਪ੍ਰੋਟੈਕਸ਼ਨ ਮਿਲੇ। ਅਗਰ ਤੁਸੀਂ ਜਿਹੜਾ ਦੁਬਈ ਦਾ ਮਾਡਲ ਦੇਖੋਗੇ ਤੇ ਉੱਥੇ ਉਹਨਾਂ ਨੇ ਬੜਾ ਵੱਡਾ ਜਿਹੜਾ ਉਹਨਾਂ ਦਾ ਹੋਟਲ ਸੀ, ਉਹ ਸਾਰਾ ਮਤਲਬ ਟ੍ਰੇਡ ਸੈਂਟਰ ਮੈਂ ਕਹਿ ਸਕਦਾ ਜਿਹੜਾ ਬਹੁਤ 5 to 7 ਸਟਾਰ ਸੀ, ਉਹਨੂੰ ਕਰੀਬਨ 1000 ਬੈੱਡ ਉਹਨਾਂ ਨੇ ਕੋਵਿਡ ਦਾ ਕਰ ਲਿਆ। ਜਦੋਂ ਉਹਨਾਂ ਨੂੰ ਇੰਟਰਵਿਊ ਲੈ ਰਹੇ ਸੀ ਉਹਨੇ ਕਿਹਾ ਸੀ ਵੀ ਇਹ ਕਿਸ ਦੇ ਲਈ ਹੈ, ਉਹ ਕਹਿੰਦੇ ਨਹੀਂ, ਸਾਡੇ ਸਿਟੀਜ਼ਨ ਹੋਣ, ਟੂਰਿਸਟ ਹੋਣ, ਟਰੈਵਲਰ ਹੋਣ, ਕੋਈ ਵੀ ਹੋਏ, ਕਿਉਂਕਿ ਕੋਵਿਡ ਜਿਹੜਾ ਹੈਗਾ ਇਹਦੀ ਇਹ ਨਹੀਂ ਆ ਵੀ ਇੱਕ ਵਰਗ ਨੂੰ ਇਹਨੇ ਇਫੈਕਟ ਕਰਨਾ, ਕਿਸੇ ਨੂੰ ਵੀ ਕਰ ਸਕਦਾ। ਸੋ ਇਹ ਇੱਕ ਹਿਊਮੈਨੀਟੇਰੀਅਨ ਗਰਾਊਂਡ ਹੈਗਾ ਜਿਹਦੇ ਉੱਤੇ ਕੈਨੇਡਾ ਹਮੇਸ਼ਾ ਲੀਡ ਕਰਦਾ। ਕੈਨੇਡਾ ਦੇ ਵਿੱਚ ਵੀ ਟ੍ਰਾਇਲ ਹੋ ਰਹੇ ਨੇ ਤੇ ਨਾਲ ਹੁਣ ਜਿਹੜਾ ਸਲਾਈਵਾ ਲੈ ਕੇ ਟੈਸਟ ਹੋ ਰਹੇ ਨੇ, ਉਹਨਾਂ ਦੇ ਲਈ ਵੀ ਜਿਹੜੇ ਟੈਸਟ ਕੀਤੇ ਜਾਣਗੇ ਉਹ ਲੈ ਕੇ, ਤੇ ਉਹਦੇ ਲਈ ਵੀ ਜਿਹੜਾ 4 ਕੰਪਨੀਆਂ ਦੇ ਨਾਲ ਕੰਟਰੈਕਟ ਕੀਤਾ ਗਿਆ ਹੈਗਾ। ਸੋ ਇਹ ਕਿਸ ਤਰ੍ਹਾਂ ਦਾ ਟੈਸਟ ਹੋਵੇਗਾ? ਦੇਖੋ ਹੁਣ ਜਿਹੜਾ ਟੈਸਟ ਹੈਗਾ, ਕਈ ਲੋਕੀ ਥੋੜੇ ਦੁਖੀ ਹੁੰਦੇ ਕਿਉਂਕਿ ਜਿਹੜਾ ਉਹ ਲੱਕੜ ਜਿਹੀ ਕਹਿ ਲਓ ਜਾਂ ਪਲਾਸਟਿਕ ਦਾ ਜਿਹੜਾ ਪ੍ਰੋਬ ਹੁੰਦਾ, ਉਹਦੇ ਅੱਗੇ ਕਾਟਨ ਦਾ ਸਵਾਬ ਹੁੰਦਾ, ਜਿੱਦਾਂ ਨਹੀਂ ਆਪਾਂ ਨੱਕ ਦੇ ਵਿੱਚ ਕਿਊ-ਟਿਪ ਪਾਉਂਦੇ ਆ, ਉਹ ਹੁੰਦਾ, ਤੇ ਉਹ ਨੱਕ ਦੇ ਵਿੱਚ ਪਾਉਣਾ ਪੈਂਦਾ ਅੰਦਰ ਤਾਈਂ ਜਾਂ ਸੰਗ ਦੇ ਵਿੱਚ। ਸੋ ਕਈ ਨੱਕ 'ਚ ਪਾਉਣਾ ਕਈਆਂ ਨੂੰ ਥੋੜਾ ਚੰਗਾ ਨਹੀਂ ਲੱਗਦਾ। ਔਰ ਉਹੀ ਇਸ ਵੇਲੇ ਸਾਡੇ ਕੋਲ ਟੈਸਟ ਹੈਗਾ ਸੀ ਜਿਹਨੂੰ ਆਪਾਂ PCR ਟੈਸਟ ਕਹਿੰਦੇ ਆ, ਪੋਲੀਮਰੇਜ਼ ਚੇਨ ਰਿਐਕਸ਼ਨ, ਜਿਹਦੇ ਨਾਲ ਜਿਹੜਾ ਵਾਇਰਸ ਦਾ ਜਿਹੜਾ DNA ਆ ਉਹਨੂੰ ਐਂਪਲੀਫਾਈ ਕਰਕੇ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਸਾਨੂੰ ਪਤਾ ਲੱਗਦਾ ਸੀ, ਜਾਂ ਪਹਿਲੋਂ ਪੂਰਾ ਦਿਨ ਲੱਗ ਜਾਂਦਾ ਸੀ, ਫਿਰ ਉਹ ਸ਼ਾਰਟਕਟ ਕਰਕੇ 4 ਘੰਟੇ ਤੇ ਲੱਗ ਜਾਂਦਾ। ਹੁਣ ਜਿਹੜਾ ਸਲਾਈਵਾ ਥੁੱਕਿਆ ਵਾਇਰਸ ਤਾਂ ਉੱਥੇ ਵੀ ਹੋਊਗਾ, ਅਗਰ ਤੁਹਾਡੇ ਨੱਕ 'ਚ ਹੈਗਾ, ਗਲੇ 'ਚ ਹੈਗਾ ਜਾਂ ਤੁਹਾਡੀ ਬੋਡੀ 'ਚ ਇਨਫੈਕਸ਼ਨ ਹੋਇਆ। ਸੋ ਇਹ ਪਹਿਲਾਂ ਅਮਰੀਕਾ ਦੇ ਵਿੱਚ ਇਹਦੀ ਰਿਸਰਚ ਹੋਈ ਔਰ ਕਾਫੀ ਕਾਮਯਾਬ ਹੋਈ, ਔਰ ਕੈਨੇਡੀਅਨ ਜਿਹੜੇ ਕੰਪਨੀਆਂ ਹੈਗੀਆਂ ਉਹ ਵੀ ਕਰ ਰਹੀਆਂ, ਔਰ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਫੰਡਿੰਗ ਵੀ ਦਿੱਤੀ ਆ। ਇਹ ਜਿਹੜਾ ਟੈਸਟ ਆ ਇਹ ਵਰਕ ਸੋਹਣਾ ਕਰਦਾ ਔਰ ਇਹ ਬੜਾ ਪ੍ਰੈਕਟੀਕਲ ਹੈਗਾ, ਔਰ ਵਿਦਿਨ ਲਾਈਕ 15 to 20 ਮਿੰਟਸ ਤੁਹਾਨੂੰ ਉਸ ਵੇਲੇ ਡਾਇਗਨੋਸਿਸ ਮਿਲ ਜਾਂਦਾ। ਸੋ ਇੱਕ ਤਾਂ ਜਿਹੜੀ ਹੈਗੀ ਡਿਊਰੇਸ਼ਨ ਜਿਹੜੀ ਹੈਗੀ ਆ ਉਹ ਵੀ ਘਟ ਜਾਂਦੀ ਆ, ਜਿਹੜਾ ਤੁਹਾਡਾ ਔਖਾ ਵੀ ਤੁੰਬਾ ਪਾ ਕੇ ਤੁਸੀਂ ਸੈਂਪਲਿੰਗ ਲੈਣੀ ਆ ਉਹ ਵੀ ਹਟ ਜਾਂਦੀ, ਕਿਉਂਕਿ ਉਹ ਤੁਹਾਨੂੰ ਜਦੋਂ ਮਸ਼ੀਨ 'ਚ ਭੇਜਦੇ ਆ, ਉਹ ਮਸ਼ੀਨ 90 ਟੈਸਟ ਇੱਕ ਵਾਰੀ ਰਨ ਕਰਦੀ ਆ, ਉਹ ਇੱਕ ਬੈਚ 'ਚ ਨਹੀਂ ਆ ਤੇ ਫਿਰ ਅਗਲੇ ਬੈਚ 'ਚ ਜਾਣਾ ਪੈਂਦਾ, ਰਾਈਟ। ਸੋ ਮਸ਼ੀਨ ਦੀ ਉਹ ਕੈਪੈਸਿਟੀ ਵੀ ਚਾਹੀਦੀ। ਸੋ ਇਹਦੇ ਵਿੱਚ ਜਿਹੜਾ ਈਜ਼ ਹੋ ਜਾਣਾ। ਇੱਥੇ ਮੈਂ ਐਡ ਕਰਨਾ ਚਾਹੁੰਦਾ ਵੀ ਇਜ਼ਰਾਈਲ ਨੇ ਇੱਕ ਹੋਰ ਟੈਸਟ ਡਿਵੈਲਪ ਕੀਤਾ, ਉਹਨੂੰ ਕਹਿੰਦੇ ਆ ਬ੍ਰੈਥ ਟੈਸਟ। ਜਿੱਦਾਂ ਜਿਹੜੇ RCMP ਜਾਂ ਸਾਡੇ ਪੁਲਿਸਮੈਨ ਆ ਕਾਰਾਂ ਨੂੰ ਚੈੱਕ ਕਰਦੇ ਵੀ ਕਿੰਨੇ ਸ਼ਰਾਬ ਤੇ ਨਹੀਂ ਪੀਤੀ, ਬ੍ਰੈਥ ਐਨਾਲਾਈਜ਼ਰ ਟੈਸਟ ਹੁੰਦਾ, ਕਿਉਂਕਿ ਉਹ 'ਚ ਵੋਲੇਟਾਈਲ ਗੈਸਿਸ ਹੁੰਦੇ ਆ ਐਥਨੋਲ ਦੇ। ਸੋ ਉਦਾਂ ਹੀ ਜਿਹੜਾ ਉਹਨਾਂ ਨੇ ਟੈਸਟ ਡਿਵੈਲਪ ਕੀਤਾ ਇਜ਼ਰਾਈਲ ਦੇ ਸਾਇੰਟਿਸਟ ਨੇ, ਉਹ 95% ਐਕਿਊਰੇਟ ਹੈਗਾ। ਉਹਦੇ 'ਚ ਤੁਸੀਂ 3 ਵਾਰੀ ਫੂਕ ਮਾਰਨੀ ਆ ਤੇ ਕੰਪਿਊਟਰ ਨੇ ਆਪੇ ਦੱਸ ਦੇਣਾ ਵੀ ਤੁਹਾਨੂੰ ਕੋਵਿਡ ਹੈਗਾ ਕਿ ਨਹੀਂ ਹੈਗਾ। ਇਹ ਇਸ ਲਈ ਜ਼ਰੂਰੀ ਹੈ ਵੀ ਫਿਊਚਰ ਵਿੱਚ ਜਦੋਂ ਆਪਾਂ 에ਅਰ ਟਰੈਵਲਿੰਗ ਕਰਨੀ ਹੈ ਜਾਂ ਹੋਰ ਜਗ੍ਹਾ ਜਿੱਥੇ ਇੱਕਦਮ ਰੈਪਿਡਲੀ ਵਿਦਿਨ ਕਪਲ ਆਫ ਮਿੰਟਸ ਤੁਹਾਨੂੰ ਡਾਇਗਨੋਸਿਸ ਚਾਹੀਦਾ ਮਿਲ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਚੰਗੀਆਂ, ਇਹ ਇਨੋਵੇਸ਼ਨ ਕਹਿੰਦੇ ਆ। ਕਿਉਂ ਹੋ ਰਿਹਾ? ਕਿਉਂਕਿ ਇਹ ਨਵੇਂ ਵਾਇਰਸ ਦੇ ਨਾਲ ਸਾਡਾ ਵਿਆਹ ਪਿਆ ਔਰ ਅਸੀਂ ਇਸ ਤੋਂ ਲਰਨ ਕਰਕੇ ਕੋਸ਼ਿਸ਼ ਕਰ ਰਹੇ ਹਾਂ ਵੀ ਨਵੀਂ ਚੀਜ਼ਾਂ ਡਿਵੈਲਪ ਕੀਤੀਆਂ ਜਾਣ। ਔਰ ਹਮੇਸ਼ਾ ਕੈਨੇਡਾ ਰਿਸਰਚ ਔਰ ਡਿਵੈਲਪਮੈਂਟ ਦੇ ਵਿੱਚ ਬਹੁਤ ਇਨਵੈਸਟ ਕਰਦਾ, ਔਰ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ ਇਸ ਗੱਲ 'ਚ ਫਰਮ ਬਿਲੀਵ ਕਰਦੇ ਆ ਵੀ ਸਾਡੀ ਸੋਇਲ ਦੇ ਉੱਤੇ ਸਭ ਤੋਂ ਵਧੀਆ ਰਿਸਰਚ ਹੋਣੀ ਚਾਹੀਦੀ ਹੈ।
ਬਿਲਕੁਲ, ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ, ਕਿਤੇ-ਕਿਤੇ ਅਸੀਂ ਭੁੱਲ ਜਾਂਦੇ ਹਾਂ ਕਿ ਕਰੋਨਾ ਵਾਇਰਸ ਹੈਗਾ ਆ ਤੇ ਅਸੀਂ ਫਿਰ ਨਾਰਮਲ, ਕਿਉਂਕਿ ਸਾਨੂੰ ਆਦਤ ਨਹੀਂ ਹੈਗੀ, ਅਸੀਂ ਨਾਰਮਲ ਲਾਈਫ ਨੂੰ ਜਿਉਣ ਲੱਗ ਜਾਂਦੇ ਹਾਂ, ਨਾਰਮਲ ਲੋਕਾਂ ਦੇ ਵਿੱਚ ਜਾਣ ਲੱਗ ਜਾਂਦੇ ਹਾਂ। ਪਰ ਹੁਣ ਜੋ ਅਸੀਂ ਯੂਐਸ ਦੇ ਵਿੱਚ ਹਾਲ ਦੇਖ ਰਹੇ ਹੈਗੇ ਆ, ਪ੍ਰੋਟੈਸਟ ਹੋ ਰਹੇ ਨੇ, ਲੋਕ ਕਿੰਨੇ ਲੋਕ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ, ਤੇ ਉਹਦੇ ਵਿੱਚ ਹੁਣ ਵੈਨਕੂਵਰ ਦੇ ਵਿੱਚ ਵੀ ਪਿਛਲੇ ਹਫਤੇ ਅਸੀਂ ਪ੍ਰੋਟੈਸਟ ਹੋਇਆ, ਜਿਹਦੇ ਵਿੱਚ 3000 ਤੋਂ ਉੱਤੇ ਲੋਕ ਜਿਹੜੇ ਉੱਥੇ ਸੀਗੇ ਇਕੱਠੇ ਹੋਏ ਸੀ। ਸੋ ਇਹ ਇਕੱਠਾਂ ਦੇ ਨਾਲ ਜਿਹੜਾ ਕਰੋਨਾ ਵਾਇਰਸ ਦੀ ਖਤਰਾ ਹੈਗਾ, ਇਹ ਹੋਰ ਵੱਧ ਜਾਵੇਗਾ। ਕਿਸ ਤਰ੍ਹਾਂ ਹੋਵੇਗਾ ਇਹ, ਜਦੋਂ ਹੁਣ ਪ੍ਰੋਟੈਸਟ ਦੇ ਵਿੱਚ ਲੋਕ ਗਏ ਸੀ, ਉਹ ਗਾਂ ਹੋਰ ਲੋਕਾਂ ਨੂੰ ਮਿਲੇ ਹੋਣੇ ਆ ਜਾਂ ਉਹਨਾਂ ਦੇ ਕੰਟੈਕਟ ਦੇ ਵਿੱਚ ਆਏ ਹੋਣੇ ਆ, ਕਿ ਇਹਨਾਂ ਚੀਜ਼ਾਂ ਦੇ ਨਾਲ ਹੋਰ ਖਤਰਾ ਵਧੂਗਾ? ਬਿਲਕੁਲ, ਡੈਫੀਨਿਟਲੀ ਜਦੋਂ ਵੀ ਆਪਾਂ ਕਲੋਜ਼ ਕੰਟੈਕਟ 'ਚ ਹੁੰਦੇ ਹਾਂ, ਅਗਰ ਇੱਕ ਵੀ ਵਿਅਕਤੀ ਨੂੰ ਕੋਵਿਡ ਹੈਗਾ ਤਾਂ ਬਹੁਤ ਸਾਰਿਆਂ ਨੂੰ ਉਹ ਸਪਰੈਡ ਕਰਕੇ ਜਾਏਗਾ, ਔਰ ਫਿਰ ਚੇਨ ਰਿਐਕਸ਼ਨ ਹੋ ਜਾਂਦੀ ਆ। ਜਿੱਦਾਂ ਇੱਕ ਵਿਅਕਤੀ 3 ਤੋਂ ਫਿਰ 9 ਤੋਂ ਫਿਰ ਮਲਟੀਪਲਾਈ ਕਰੀ ਜਾਓ, 9 ਟਾਈਮਸ 9 ਇਜ਼ 81, ਇਹ ਗਾਂ ਮਤਲਬ ਇਹ ਚੇਨ ਰਿਐਕਸ਼ਨ ਅੰਦਰ ਚੱਲੀ ਜਾਂਦਾ। ਸੋ ਮਾਨਯੋਗ ਸਾਡੇ ਸਿਹਤ ਮੰਤਰੀ ਆਨਰੇਬਲ ਏਡਰੀਨ ਡਿਕਸ ਨੇ ਵੀ ਆਖਿਆ ਵੀ ਠੀਕ ਹੈ, ਤੁਸੀਂ ਮੁਜ਼ਾਹਰਾ ਕਰ ਲਿਆ ਜਿਹੜਾ ਜਾਰਜ ਫਲੋਇਡ ਦੇ ਡੈਥ ਦੇ ਉੱਤੇ ਵੈਂਕੂਵਰ ਆਰਟ ਗੈਲਰੀ ਦੇ ਲਾਗੇ, ਜਾਂ ਹਾਂਗਕਾਂਗ ਔਰ ਚਾਈਨਾ ਦਾ ਜਿਹੜਾ ਵਾਦ ਵਿਵਾਦ ਹੈ ਉਹਦਾ ਵੀ ਮੁਜ਼ਾਹਰਾ ਹੋਇਆ ਸੀ। ਵੀ ਅਗਰ ਤੁਸੀਂ ਚਾਹੋ ਤਾਂ ਤੁਸੀਂ ਆਪਣਾ ਕੋਵਿਡ ਟੈਸਟ ਕਰ ਸਕਦੇ ਹੋ, ਅਗਰ ਤੁਹਾਨੂੰ ਮਾੜੇ ਜਿਹੇ ਲੱਛਣ ਹੈਗੇ ਪਲੀਜ਼ ਚੈੱਕ ਕਰਾਓ ਤਾਂ ਕਿ ਪਤਾ ਲੱਗੇ ਔਰ ਤੁਹਾਡੇ ਕੰਟੈਕਟਸ ਨੂੰ ਫਿਰ ਅਸੀਂ ਟ੍ਰੇਸ ਕਰੀਏ। ਅਜੇ ਵੀ ਸਾਨੂੰ ਸਭ्य ਰਹਿਣ ਦੀ ਲੋੜ ਆ। ਦੇਖੋ, ਜਦੋਂ ਵੀ ਸਾਡੇ ਨਾਲ ਅਨਿਆਏ ਹੁੰਦਾ, ਕੋਈ ਹਿਊਮੈਨਿਟੇਰੀਅਨ ਗੱਲ ਹੈਗੀ ਆ, ਨਸਲਵਾਦ ਦੀ ਗੱਲ ਹੈਗੀ, ਸਾਨੂੰ ਬੋਲਣਾ ਚਾਹੀਦਾ, ਸਾਨੂੰ ਖਲੋਣਾ ਚਾਹੀਦਾ। ਲੇਕਿਨ ਅੱਜ ਦੇ ਟਾਈਮ ਦੇ ਉੱਤੇ ਸਾਨੂੰ ਨਵੇਂ ਮੈਥਡਸ ਲੱਭਣੇ ਚਾਹੀਦੇ ਆ, ਬਜਾਏ ਕਿ ਜਿਹੜਾ ਆਪਾਂ ਟ੍ਰੈਡੀਸ਼ਨਲ ਜਿਹੜਾ ਹੈਗੇ ਮਾਰਚਿਸ ਕਰਦੇ ਆ, ਕੋਈ ਇਨੋਵੇਟਿਵ ਚੀਜ਼ਾਂ ਲੱਭਣੀਆਂ ਚਾਹੀਦੀਆਂ। ਬਿਗ ਸਕਰੀਨਸ ਦੇ ਨਾਲ, ਟੈਕਨੋਲੋਜੀ ਨਾਲ ਜੁੜ ਕੇ ਅਸੀਂ ਇਹ ਸਾਰੀਆਂ ਗੱਲਾਂ ਕਰ ਸਕਦੇ ਹਾਂ। ਸੋ ਇਹ ਫਿਰ ਆਪਾਂ ਕਹਾਂਗੇ ਵੀ ਅਜੇ ਕਰੋਨਾ ਗਿਆ ਨਹੀਂ ਹੈਗਾ, ਇਹਦਾ ਜਿਹੜਾ ਫਸਟ ਵੇਵ ਸੀ, ਠੀਕ ਹੈ, ਮੰਨਦੇ ਆ ਵੀ ਐਂਡ ਆਫ ਅਪ੍ਰੈਲ ਸਾਡੇ ਕੈਨੇਡਾ ਦੇ ਵਿੱਚ ਪੀਕ ਕਰਕੇ ਹੌਲੀ-ਹੌਲੀ ਹੁਣ ਕੈਨੇਡਾ 'ਚ ਟੋਟਲ ਕੈਨੇਡਾ 'ਚ 700 ਦੇ ਲਾਗੇ-ਚਾਗੇ ਕੇਸਿਸ ਹੁੰਦੇ। ਇੱਕ ਟਾਈਮ ਸੀ ਕਰੀਬਨ 2500 ਦੇ ਉੱਤੇ ਕੇਸਿਸ ਜਾਂਦੇ ਸੀ। BC 'ਚ ਤੁਸੀਂ ਦੇਖ ਲਓ 4 ਕੇਸ ਰਿਪੋਰਟ ਕਰਦੇ ਰਹੇ। ਸੋ ਇਹ ਸਾਰਾ ਜਿਹੜਾ ਹੈਗਾ ਥੱਲੇ ਨੂੰ ਆ ਰਿਹਾ, ਲੇਕਿਨ ਵਾਇਰਸ ਪੂਰੀ ਤਰ੍ਹਾਂ ਗਿਆ ਨਹੀਂ ਹੈਗਾ, ਔਰ ਜਦ ਤੱਕ ਵੈਕਸੀਨ ਨਹੀਂ ਆਉਂਦੀ ਸਾਨੂੰ ਵੱਡੀ ਗੈਦਰਿੰਗ 'ਚ ਨਹੀਂ ਜਾਣਾ ਚਾਹੀਦਾ, ਕਿਉਂਕਿ ਜਿਹੜੀ ਸਾਨੂੰ ਸਿਹਤ ਮਿਲ ਰਹੀ ਆ ਡਾਕਟਰ ਬੋਨੀ ਹੈਨਰੀ 'ਚੋਂ, ਕਹਿੰਦੀ 50 ਤੋਂ ਜ਼ਿਆਦਾ ਇਕੱਠ 'ਚ ਨਹੀਂ ਜਾਣਾ, ਔਰ ਉਹ ਵੀ ਜਦੋਂ ਜਾਂਦੇ ਆ ਤੇ ਸਾਨੂੰ ਫਿਜ਼ੀਕਲ ਡਿਸਟੈਂਸ ਘੱਟ ਤੋਂ ਘੱਟ 6 ਫੁੱਟ ਦਾ ਰੱਖਣਾ ਚਾਹੀਦਾ। ਅੱਜ ਮੈਂ ਮਾਨਯੋਗ ਸਾਡੇ ਪ੍ਰੀਮੀਅਰ ਸਾਹਿਬ ਜੌਨ ਹੌਰਗਨ ਦੀ ਸਟੇਟਮੈਂਟ ਸੁਣ ਰਿਹਾ ਸੀ ਹੁਣੇ ਥੋੜਾ ਚਿਰ ਪਹਿਲਾਂ, ਤਾਂ ਉਹ ਕਹਿੰਦੇ ਆ ਵੀ ਅਸੀਂ ਬਹੁਤ ਸੋਹਣਾ ਪਰਫਾਰਮ ਕੀਤਾ, ਮੇ ਬੀ ਮਿਡਲ ਆਫ ਜੂਨ, ਮਤਲਬ ਵੀ ਅੱਜ ਤੋਂ ਕੁਝ ਹਫ਼ਤੇ ਬਾਅਦ ਜਿਹੜੇ ਮੂਵੀ ਥੀਏਟਰਸ ਆ, ਛੋਟੇ ਕਨਸਰਟਸ ਆ ਔਰ ਹੋਟਲਸ ਹੈ, ਸ਼ਾਇਦ ਉਹਨਾਂ ਨੂੰ ਵੀ ਉਹ ਛੂਟ ਦੇਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਇਵੈਂਚੁਅਲੀ ਤਾਂ ਸਾਨੂੰ ਹੌਲੀ-ਹੌਲੀ ਇਹ ਸਾਰੀ ਚੀਜ਼ਾਂ ਕਰਨੀਆਂ ਪੈਣੀਆਂ। ਆਲਰੇਡੀ ਜਿਹੜੇ ਬੱਚੇ ਆ ਸਾਡੇ ਉਹ 1 ਜੂਨ ਤੋਂ ਜਾ ਰਹੇ ਆ, ਔਰ ਕੋਈ ਫੋਰਸ ਨਹੀਂ ਹੈਗਾ, ਕਈ ਪੈਰੈਂਟਸ ਭੇਜ ਰਹੇ, ਕਈ ਨਹੀਂ ਭੇਜ ਰਹੇ। ਗ੍ਰੇਡ 6 ਦਾ ਡੇਟਾ ਆਇਆ, 43% ਬੱਚੇ ਜਾ ਰਹੇ ਆ, ਗ੍ਰੇਡ 12 ਦੇ ਕਰੀਬਨ 15% ਜਾ ਰਹੇ ਆ। ਸੋ ਗ੍ਰੇਡ 12 ਦਾ ਉਦਾਂ ਵੀ ਤਾਂ ਉਹਨਾਂ ਦਾ ਕੀ ਕਹਿੰਦੇ ਆ, ਹੁਣ ਟਾਈਮ ਪੂਰਾ ਹੋ ਹੀ ਗਿਆ, ਉਹਨਾਂ ਦੀ ਕੀ ਕਹਿੰਦੇ ਸੈਰੇਮਨੀ ਸੀ ਤੇ ਦੂਜੀਆਂ ਚੀਜ਼ਾਂ ਸੀ, ਇਸ ਲਈ ਉਹਨਾਂ ਦੇ ਵਿੱਚ ਉਹ ਹੈਗਾ ਵੀ ਉਹਨਾਂ ਨੂੰ ਮੌਕਾ ਨਹੀਂ ਮਿਲਣਾ, ਇਸ ਲਈ ਉਹਨਾਂ ਨੂੰ ਆਨਲਾਈਨ ਉਹ ਕਰਨਾ ਪੈਣਾ। ਇਸ ਲਈ ਉਹਦੇ ਵਿੱਚ ਥੋੜੇ ਗਿਰਾਵ ਦੇਖਿਆ, ਲੇਕਿਨ ਆਲਮੋਸਟ 43% ਬੱਚੇ ਜਿਹੜੇ ਹੈਗੇ ਸਕੂਲ 'ਚ ਪੜ੍ਹਦੇ, ਔਰ ਇਹ ਜ਼ਰੂਰੀ ਵੀ ਹੈਗਾ, ਕਿਉਂਕਿ ਭਾਵੇਂ ਕੁਝ ਹਫ਼ਤੇ ਹੀ ਸਕੂਲ ਹੈਗਾ, ਬੱਚਾ ਸੋਸ਼ਲ ਲਰਨਿੰਗ ਬਹੁਤ ਕਰਦਾ, ਇੱਕ ਦੂਜੇ ਨੂੰ ਦੇਖ ਕੇ, ਮਿਲ ਕੇ, ਭਾਵੇਂ ਦੂਰੋਂ ਆ, ਟੀਚਰਸ ਦੇ ਨਾਲ ਜਿਹੜਾ ਸੰਬੰਧ ਹੈ, ਜਿਹੜਾ ਵਰਚੁਅਲ ਲਰਨਿੰਗ ਉਹ ਵੀ ਠੀਕ ਆ, ਲੇਕਿਨ ਅਗਰ ਮੌਕਾ ਮਿਲੇ ਤੇ ਰੂਬਰੂ ਲਰਨਿੰਗ ਜਿਹੜੀ ਹੈਗੀ ਆ ਸਭ ਤੋਂ ਵਧੀਆ ਹੁੰਦੀ ਆ। ਸਕੂਲਾਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਪਾਰਸ਼ੀਅਲ ਸਕੂਲ ਓਪਨ ਹੋ ਗਏ ਨੇ, ਤੁਸੀਂ ਦੱਸਿਆ ਕਿ 43% ਜਿਹੜੇ ਬੱਚੇ ਨੇ ਉਹ ਵਾਪਸ ਸਕੂਲਾਂ ਦੇ ਵਿੱਚ ਚਲੇ ਗਏ ਨੇ, ਪਰ ਹੁਣ ਜੇ ਅਸੀਂ ਦੂਜੇ ਦੇਸ਼ਾਂ ਦੇ ਨਿਗਾਹ ਮਾਰੀਏ, ਸਾਊਥ ਕੋਰੀਆ ਦੇ ਵਿੱਚ ਸਕੂਲ ਓਪਨ ਹੋਏ ਸੀ, ਉੱਥੇ ਫੇਰ ਵੱਧ ਗਿਆ ਹੈਗਾ ਆ, ਉੱਥੇ ਫੇਰ ਸਕੂਲ ਉਹਨਾਂ ਨੂੰ ਬੰਦ ਕਰਨੇ ਪਏ। BC ਦੇ ਵਿੱਚ ਕੀ ਲੱਗਦਾ ਹੈਗਾ ਕਿ ਕਿਵੇਂ ਦੀ ਸਿਚੁਏਸ਼ਨ ਆਵੇਗੀ ਹੁਣ? ਤੁਸੀਂ ਸਹੀ ਕਿਹਾ ਵੀ ਸਾਊਥ ਕੋਰੀਆ ਦੇ ਵਿੱਚ ਬਿਲਕੁਲ ਉਹਨਾਂ ਨੇ ਜਦੋਂ ਸਕੂਲ ਖੋਲੇ ਤੇ ਕੇਸਿਸ ਇੰਨੇ ਵੱਧ ਗਏ ਵੀ ਉਹਨਾਂ ਨੂੰ 200 ਤੋਂ ਜ਼ਿਆਦਾ ਸਕੂਲ ਬੰਦ ਕਰਨੇ ਪਏ। ਕਿਊਬੈਕ ਦੇ ਵਿੱਚ ਜਦੋਂ ਉਹਨਾਂ ਨੇ ਖੋਲੇ ਸੀ, ਹਾਲਾਂਕਿ ਕਿਊਬੈਕ 'ਚ ਅਜੇ ਵੀ ਕੇਸਿਸ ਜ਼ਿਆਦਾ, ਤੇ 41 ਕੇਸਿਸ ਕੁਝ ਦਿਨ ਪਹਿਲਾਂ ਰਿਪੋਰਟ ਆਈ ਸੀ ਟੀਚਰ, ਸਟਾਫ ਔਰ ਸਟੂਡੈਂਟ ਨੂੰ ਫੜ ਕੇ। ਤੇ BC ਦੇ ਵਿੱਚ ਜਦੋਂ ਕੋਵਿਡ ਚੱਲ ਰਿਹਾ ਸੀ, ਉਦੋਂ ਵੀ ਜਿਹੜੇ ਅਸੈਂਸ਼ੀਅਲ ਵਰਕਰ ਸੀ ਉਹਨਾਂ ਦੇ ਬੱਚੇ ਸਕੂਲ ਜਾ ਰਹੇ ਸੀ। ਸੋ ਕਰੀਬਨ 5,500 ਬੱਚਾ ਸਕੂਲ ਜਾਂਦਾ ਰਿਹਾ ਆ ਕੋਵਿਡ ਦੇ ਦੌਰਾਨ ਵੀ। ਸੋ ਉਹਨਾਂ ਦੇ ਵਿੱਚ 0 ਕੇਸਿਸ ਪਾਏ ਗਏ ਸੀ, ਇਸ ਲਈ ਸਾਡੇ ਨੰਬਰਸ ਬਹੁਤ ਲੋ ਆ। ਦੇਖੋ, ਰਿਸਕ 0 ਕਦੀ ਵੀ ਨਹੀਂ ਹੋਣਾ, ਲੇਕਿਨ ਰਿਸਕ ਐਕਸਟ੍ਰੀਮਲੀ ਲੋ ਹੈਗਾ, ਔਰ ਕਦੀ ਨਾ ਕਦੀ ਤਾਂ ਸਾਨੂੰ ਉਹ ਰਿਸਕ ਲੈਣਾ ਪੈਣਾ, ਭਾਵੇਂ ਹੁਣ ਲੈ ਲਈਏ, ਸਪਟੰਬਰ ਨੂੰ ਲੈ ਲਈਏ, ਦਸੰਬਰ ਨੂੰ ਲੈ ਲਈਏ ਜਾਂ ਅਗਲੇ ਸਾਲ। ਰਿਸਕ ਤਾਂ ਹਮੇਸ਼ਾ ਥੋੜਾ ਬਹੁਤ ਰਹੂਗਾ ਜਦ ਤੱਕ ਵੈਕਸੀਨੇਸ਼ਨ ਨਹੀਂ ਹੁੰਦੀ।
ਬਿਲਕੁਲ ਤੇ ਨਾਲ-ਨਾਲ ਹੁਣ ਜਿਹੜੇ ਸਾਡੇ ਫਰੰਟ ਲਾਈਨ ਵਰਕਰਸ ਨੇ, ਹੈਲਥ ਕੇਅਰ ਵਰਕਰਸ ਨੇ, ਜਿਹੜੇ ਕੰਮ ਕਰ ਰਹੇ ਨੇ ਉਹ ਜਿੱਥੇ ਘੱਟ ਨੇ ਉੱਥੇ ਤਾਂ ਇਸ ਕਰੋਨਾ ਵਾਇਰਸ ਦਾ ਜੋ ਇੰਪੈਕਟ ਹੈਗਾ ਉਹ ਘੱਟ ਹੈਗਾ, ਪਰ ਜਿੱਥੇ ਜ਼ਿਆਦਾ ਨੇ ਉੱਥੇ ਲੋਕ ਬਹੁਤ ਜ਼ਿਆਦਾ ਮਰ ਰਹੇ ਨੇ ਜਾਂ ਉਹਨਾਂ ਦੇ ਕੰਟੈਕਟ ਦੇ ਵਿੱਚ ਆ ਰਹੇ ਨੇ। ਤੇ ਵਰਲਡ ਵਾਈਡ ਜਿਹੜੀ ਸਟੱਡੀ ਆਈ ਆ ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਵਰਲਡ ਵਾਈਡ 600 ਜਿਹੜੇ ਨੇ ਹੈਲਥ ਵਰਕਰ ਉਹਨਾਂ ਦੀ ਡੈਥ ਹੋ ਚੁੱਕੀ ਹੈ। ਦੁਖਦਾਈ ਖਬਰ ਹੈਗੀ ਆ, ਲੇਕਿਨ ਸੱਚੀ ਖਬਰ ਹੈਗੀ ਆ। 600 ਨਰਸਿਸ ਆ ਇਹਦੇ ਵਿੱਚ, ਜਿਹੜੇ ਪੂਰੇ ਵਰਲਡ ਦੇ ਵਿੱਚ ਜਿਹੜੇ ਕਰੋਨਾ ਦੀ ਸੇਵਾ ਕਰ ਰਹੇ ਸੀ। ਔਰ ਨਰਸਿਸ ਦੀ ਜਿਹੜੀ ਕਾਊਂਟ ਹੈਗੀ ਆ ਉਹ ਬਹੁਤ ਐਕੂਰੇਟ ਹੈਗੀ ਆ। ਡਾਕਟਰਸ ਵੀ ਕਈ ਜਿਹੜੇ ਹੈਗੇ ਆ ਫਰੰਟ ਲਾਈਨ 'ਚ, ਉਹਨਾਂ ਨੇ ਆਪਣੀ ਜਾਨ ਖੋਈ ਆ, ਖਾਸ ਕਰਕੇ ਇਟਲੀ, ਯੂਰਪ, ਇਸ ਜਗ੍ਹਾ 'ਚ ਬਹੁਤ ਜ਼ਿਆਦਾ। ਇੱਥੇ ਬਹੁਤ ਘੱਟ ਹੈਗੇ, ਗਿਣਤੀ ਦੇ ਕੁਛ ਨਾਂ ਲੈ ਸਕਦੇ ਹਾਂ ਅਸੀਂ ਕੈਨੇਡਾ 'ਚ, ਭਾਵੇਂ ਨਰਸ ਹੋਵੇ ਭਾਵੇਂ ਡਾਕਟਰ ਹੋਵੇ। ਹੁਣ ਜਦੋਂ ਨਰਸਿੰਗ ਸ਼ਿਫਟ ਹੁੰਦੀ ਹੈ ਉਹ 12 ਘੰਟੇ ਦੀ ਹੁੰਦੀ ਹੈ। ਜਿਹੜਾ ਡਾਕਟਰ ਹੈਗਾ ਉਹ ਆਪਣਾ ਦੇਖ ਕੇ ਮੁਆਇਨਾ ਕਰਕੇ ਇੰਸਟਰਕਸ਼ਨਸ ਲੈ ਕੇ ਚਲਾ ਜਾਂਦਾ ਹੈ। ਅਗਰ ਕੋਈ ਕੰਪਲਿਕੇਸ਼ਨ ਹੈ ਤੇ ਡਾਕਟਰ ਆਉਂਦਾ। ਲੇਕਿਨ ਜਿਹੜੀ ਬੈੱਡ ਸਾਈਡ ਦੇ ਉੱਤੇ ਜਿਹਨੇ ਬਹਿਣਾ 12 ਘੰਟੇ ਉਹ ਨਰਸ ਹੈ। ਇਸ ਲਈ ਨਰਸ ਦਾ ਐਕਸਪੋਜ਼ਰ ਜ਼ਿਆਦਾ ਹੁੰਦਾ ਜਿਹੜੇ ਸੇਵਾ ਕਰ ਰਹੇ ਕੋਵਿਡ ਪੇਸ਼ੈਂਟਸ ਦੀਆਂ। ਔਰ ਜਿਹੜੇ ਇੰਟਰਨੈਸ਼ਨਲ ਕਾਉਂਸਲ ਆਫ ਨਰਸਿੰਗ ਹੈਗੀ ਉਹਨਾਂ ਨੇ ਡੇਟਾ ਦੱਸਿਆ, 120 ਕੰਟਰੀਜ਼ ਤੋਂ ਡੇਟਾ ਹੈਗਾ, ਉਹਦੇ ਵਿੱਚ 20,000 ਨਰਸਿਸ ਉਹਦੇ ਮੈਂਬਰ ਆ ਤੇ 600 ਜਿਹੜੀ ਨਰਸਿਸ ਆ ਆਪਣੀ ਜਾਨ ਖੋ ਬੈਠੀਆਂ ਹੁਣ ਤੱਕ। ਔਰ ਜਿਹੜਾ ਐਵਰੇਜ ਡੇਟਾ ਇਹ ਹੁੰਦਾ ਵੀ 7% ਜਿਹੜੇ ਫਰੰਟ ਲਾਈਨ ਹੈਲਥ ਕੇਅਰ ਪ੍ਰੋਵਾਈਡਰ ਆ ਉਹਨਾਂ ਨੂੰ ਕੋਵਿਡ ਦਾ ਇਨਫੈਕਸ਼ਨ ਹੋ ਚੁੱਕਿਆ। ਸਿੰਗਾਪੁਰ ਇੱਕ ਕੰਟਰੀ ਹੈਗੀ ਜਿਹਦੇ 'ਚ 1% ਸੀ, ਬਾਕੀ ਕੰਟਰੀਜ਼ 'ਚ ਵੇਰੀਏਬਲ ਹੈਗਾ, ਕੋਈ ਕੰਟਰੀ 'ਚ 30% ਵੀ ਹੈਗਾ, ਖਾਸ ਕਰਕੇ ਆਇਰਲੈਂਡ। ਲੇਕਿਨ ਅਗਰ ਐਵਰੇਜ ਕੱਢੀਏ ਤੇ ਕਰੀਬਨ 7% ਹੁੰਦਾ। ਔਰ ਇਹ ਕੁਰਬਾਨੀ ਹੈਗੀ ਆ। ਦੇਖੋ ਜਦੋਂ ਜੰਗ ਲੱਗਦੀ ਆ ਉਦੋਂ ਸੋਲਜਰਸ ਵੀ ਆਉਂਦੇ ਆ ਆਪਣੇ ਦੇਸ਼ ਦੀ ਰੱਖਿਆ ਕਰਨ, ਕੁਛ ਸ਼ਹੀਦ ਵੀ ਹੁੰਦੇ ਆ। ਸੋ ਮੈਂ ਇਹਨਾਂ ਨੂੰ ਸ਼ਹੀਦੀ ਸਲੂਟ ਦੇਵਾਂਗਾ ਸਾਰਿਆਂ ਨੂੰ, ਕਿਉਂਕਿ ਇਹਨਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਆ, ਪਰਵਾਹ ਨਹੀਂ ਕੀਤੀ ਤੁਹਾਨੂੰ ਠੀਕ ਰੱਖਣ ਵਾਸਤੇ। ਬਿਲਕੁਲ ਇਹ ਇੱਕ ਜਿੱਦਾਂ ਸਾਰੀ ਦੁਨੀਆ ਜੰਗ ਦਾ ਮੈਦਾਨ ਬਣੀ ਹੋਈ ਹੈ ਤੇ ਹੁਣ ਜਿਹੜੇ ਸ਼ਹੀਦ ਨੇ ਉਹ ਸਾਡੇ ਲਈ ਸ਼ਹੀਦੀਆਂ ਦਿੱਤੀਆਂ ਨੇ ਉਹਨਾਂ ਨੇ, ਡੈਥ ਹੋਈਆਂ ਨੇ। ਹੁਣ ਹੋਪਫੁਲੀ ਕਿ ਕਰੋਨਾ ਵਾਇਰਸ ਦੀ ਵੈਕਸੀਨ ਆ ਜਾਵੇਗੀ। ਪਰ ਇਟਲੀ ਜਿੱਥੇ ਕਿ ਅਮਰੀਕਾ ਤੋਂ ਪਹਿਲਾਂ ਜਿੱਥੇ ਜ਼ਿਆਦਾ ਕਰੋਨਾ ਵਾਇਰਸ ਦਾ ਕਹਿਰ ਸੀਗਾ, ਉੱਥੋਂ ਇੱਕ ਡਾਕਟਰ ਨੇ ਇਹ ਗੱਲ ਕਹੀ ਹੈ ਕਿ ਸਾਡੇ ਕੋਲ ਹੁਣ ਕੋਈ ਵੀ ਕਰੋਨਾ ਵਾਇਰਸ ਹੈ ਨੀਗਾ, ਹੁਣ ਇੱਥੇ ਅਸੀਂ ਕਰੋਨਾ ਵਾਇਰਸ ਕਲੀਅਰ ਕਰ ਦਿੱਤਾ ਹੈਗਾ ਆ। ਪਰ WHO ਨੇ ਸਾਹਮਣੇ ਉਹ ਕਿਹਾ ਹੈਗਾ ਹੈ ਕਿ ਨਹੀਂ, ਕਰੋਨਾ ਵਾਇਰਸ ਹੈਗਾ ਆ, ਸਟਰੋਂਗ ਹੋ ਸਕਦਾ ਆ, ਤੁਹਾਨੂੰ ਹਜੇ ਵੀ ਜਿਹੜਾ ਹੈਗਾ ਆ ਉਹ ਦੇਖਣ ਦੀ ਲੋੜ ਹੈਗੀ ਆ, ਧਿਆਨ ਰੱਖਣ ਦੀ ਲੋੜ ਹੈਗੀ ਆ। ਸੋ ਜਦੋਂ ਇੱਕ ਥਾਂ ਤੇ ਉੱਤੇ ਕਰੋਨਾ ਵਾਇਰਸ ਆ ਜਾਂਦਾ ਹੈਗਾ ਆ ਤੇ ਉਸ ਤੋਂ ਬਾਅਦ ਸਾਰੇ ਰਿਕਵਰ ਵੀ ਹੋ ਜਾਂਦੇ। ਕਿੰਨਾ ਕੁ ਵੱਡਾ ਥ੍ਰੈਟ ਹੁੰਦਾ ਆ ਕਿ ਦੁਬਾਰਾ ਜਿੱਦਾਂ ਦੂਜੀ ਵੇਵ ਦੀ ਵੀ ਗੱਲ ਹੋਈ ਹੈ, ਪਰ ਉਸ ਜਗ੍ਹਾ ਦੇ ਉੱਤੇ ਜਦੋਂ ਉਹ ਕਹਿ ਰਿਹਾ ਕਿ ਅਸੀਂ ਰੀਓਪਨ ਕਰ ਲਿਆ ਹੈਗਾ, ਸਭ ਕੁਝ ਸਮੂਥ ਚੱਲ ਰਿਹਾ ਹੈਗਾ ਆ, ਕਿੰਨੇ ਕੁ ਚਾਂਸਸ ਹੁੰਦੇ ਆ ਕਿ ਦੁਬਾਰਾ ਜਿਹੜਾ ਹੈਗਾ ਹਾਈ ਲੈਵਲ ਆ ਜਾਏ, ਹਾਈ ਪੀਕ ਆ ਜਾਵੇ? ਦੇਖੋ ਇਹ ਸਾਰੇ ਕੁਐਸਚਨ ਜਿਹੜੇ ਹੈਗੇ ਬਹੁਤ ਡਿਫਿਕਲਟ ਆਨਸਰ ਕਰਨੇ, ਲੇਕਿਨ ਜਿਹੜਾ ਇਹਦਾ ਰੈਫਰੈਂਸ ਪੁਆਇੰਟ ਹੈਗਾ ਕੋਵਿਡ-19 ਪੈਂਡੇਮਿਕ ਦਾ, ਉਹ ਹੈਗਾ ਅੱਜ ਤੋਂ 100 ਸਾਲ ਪਹਿਲੇ ਜਿਹੜਾ ਸਪੈਨਿਸ਼ ਫਲੂ ਦੇ ਨਾਲ ਹੋਇਆ ਸੀ। ਉਹਦੇ ਵਿੱਚ ਸਾਨੂੰ ਪਤਾ ਸੀ ਵੀ ਜਦੋਂ ਲਾਕਡਾਊਨ ਖੁੱਲੇ, ਲੋਕਾਂ ਨੇ ਕੋਈ ਫਿਜ਼ੀਕਲ ਡਿਸਟੈਂਸ ਦੀ ਕੇਅਰ ਨਹੀਂ ਕੀਤੀ, ਉਦੋਂ ਸਾਰਿਆਂ ਨੇ ਬੱਲੇ-ਬੱਲੇ ਕਰ ਲਿੱਤੀ ਵੀ ਅਸੀਂ ਬਚ ਗਏ। ਉਦੋਂ ਸੈਕਿੰਡ ਵੇਵ ਜ਼ਿਆਦਾ ਘਾਤਕ ਸੀ। ਲੇਕਿਨ ਹੁਣ ਲੋਕੀ ਐਜੂਕੇਟਡ ਆ, ਸੱਭਿਅ ਆ, ਸਟਿਲ ਉਹ ਸਾਰੇ ਪ੍ਰੋਟੋਕਾਲ ਫੋਲੋ ਕਰ ਰਹੇ ਆ। ਲੇਕਿਨ ਸਭ ਤੋਂ ਜਿਹੜੇ ਮਾਨਵਰ ਜਿਹੜੇ ਵਾਇਰਸ ਦੇ ਜਿਹੜੇ ਕਰਤਾ ਧਰਤਾ ਹੈਗੇ ਆ, ਯੂਰਪ ਦੇ, ਅਮਰੀਕਾ ਦੇ, ਕੈਨੇਡਾ ਦੇ, ਆਸਟ੍ਰੇਲੀਆ ਦੇ, ਉਹ ਸਾਰੇ ਸੋਚਦੇ ਆ ਵੀ ਸੈਕਿੰਡ ਵੇਵ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ। ਦੇਖੋ ਰੱਬ ਕਰੇ, ਪਰਮਾਤਮਾ ਕਰੇ, ਵਾਹਿਗੁਰੂ ਕਰੇ ਵੀ ਸੈਕਿੰਡ ਵੇਵ ਨਾ ਆਵੇ, ਲੇਕਿਨ ਸੰਭਾਵਨਾ ਤੇ ਬਹੁਤ ਜ਼ਿਆਦਾ। ਔਰ ਜਿਹੜੀ ਸਪਰੈਡ ਹੋਣਾ ਪਰਸਨ ਟੂ ਪਰਸਨ ਹੋਣਾ, ਕਦੀ ਨਾ ਕਦੀ ਤੇ ਤੁਹਾਨੂੰ ਲਾਕਡਾਊਨ ਖੋਲਣਾ ਹੀ ਪੈਣਾ। ਹੁਣ ਅਗਰ ਲਾਕਡਾਊਨ 'ਚ ਬੈਠੇ ਰਵਾਂਗੇ ਜਿੱਦਾਂ ਹੁਣ ਘਰ 'ਚ ਆਪਾਂ ਬੈਠੇ ਸੀ, ਨਾ ਤੁਹਾਨੂੰ ਕੋਵਿਡ ਹੋਇਆ ਨਾ ਮੈਨੂੰ ਹੋਇਆ। ਲੇਕਿਨ ਜਦੋਂ ਆਪਾਂ ਹੁਣ ਬਾਹਰ ਜਾਵਾਂਗੇ ਸਾਡਾ ਰਿਸਕ ਥੋੜ੍ਹਾ ਬਹੁਤ ਹਮੇਸ਼ਾ ਰਹੂਗਾ, ਕਿਉਂਕਿ ਵਾਇਰਸ ਜਿਹੜਾ ਹੈਗਾ ਇਹ ਪੂਰੀ ਤਰ੍ਹਾਂ 100% ਕਮਿਊਨਿਟੀ 'ਚ ਨਹੀਂ ਜਾਣਾ, ਇਹ ਥੋੜ੍ਹਾ ਬਹੁਤ ਰਹੂਗਾ। ਹੁਣ ਇਸ ਵੇਲੇ ਦੇਖ ਮੰਨਿਆ ਵੀ ਨਾਰਥ ਅਮਰੀਕਾ ਦੇ ਵਿੱਚ, ਖਾਸ ਕਰਕੇ ਕੈਨੇਡਾ ਤੇ ਅਮਰੀਕਾ 'ਚ ਵੀ ਕੇਸਿਸ ਘੱਟ ਰਹੇ ਆ, ਲੇਕਿਨ ਅਗਰ ਤੁਸੀਂ ਸਾਊਥ ਅਮਰੀਕਾ ਚਲੇ ਜਾਓ ਹੌਟਸਪੌਟ ਬਣਿਆ, ਤੁਸੀਂ ਹਿੰਦੁਸਤਾਨ ਚਲੇ ਜਾਓ ਹੌਟਸਪੌਟ ਬਣਿਆ। ਇਹ ਵਾਇਰਸ ਮੂਵ ਹੁੰਦਾ ਰਹਿਣਾ, ਕਦੀ ਕੋਸ ਕੰਟਰੀ 'ਚ ਜ਼ਿਆਦਾ ਚਲਾ ਗਿਆ। ਹੁਣ ਆਸਟ੍ਰੇਲੀਆ, ਨਿਊਜ਼ੀਲੈਂਡ ਜਿਹੜੇ ਹੈਗੇ ਸਮਰ ਤੋਂ ਲੰਘ ਕੇ ਉਹਨਾਂ ਨੇ ਵਿੰਟਰ 'ਚ ਜਾਣਾ, ਮੇਬੀ ਉੱਥੇ ਪਹਿਲੋਂ ਆਪਾਂ ਦੇਖਾਂਗੇ, ਕਿਉਂਕਿ ਅਸੀਂ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਨੂੰ 6 ਮਹੀਨੇ ਫੋਲੋ ਕਰਦੇ ਹਾਂ। ਹੁਣ ਸਾਡਾ ਸਮਰ ਆ ਰਿਹਾ, ਉੱਥੇ ਵਿੰਟਰ ਹੋਣ ਦੀ ਸੰਭਾਵਨਾ। ਸੋ ਇਹ ਸਾਰੀਆਂ ਚੀਜ਼ਾਂ ਸਾਨੂੰ ਸਾਹਮਣੇ ਦਿਖਣੀਆਂ ਪੈਣੀਆਂ। ਇਹਦੇ ਉੱਤੇ ਕੋਈ ਵੀ ਅਲਾਦੀਨ ਦਾ ਚਿਰਾਗ ਜਾਂ ਕ੍ਰਿਸਟਲ ਬॉल ਨਹੀਂ ਹੈਗਾ ਜਿਹੜਾ ਸਾਨੂੰ ਵਿਜ਼ਨ ਦੇ ਸਕੇ। ਲੇਕਿਨ ਇੱਕ ਚੀਜ਼ ਅਸੀਂ ਲਰਨ ਕੀਤੀ, ਅਗਰ ਆਪਾਂ ਇੱਕ ਦੂਜੇ ਤੋਂ ਦੂਰ ਰਹਿੰਦੇ ਹਾਂ, ਕੰਟੈਕਟ ਆਪਾਂ ਬ੍ਰੇਕ ਕਰਦੇ ਹਾਂ, 6 ਤੋਂ 8 ਫੁੱਟ ਤੇ ਦੂਰੀ ਰੱਖਦੇ ਹਾਂ, ਮਾਸਕ ਲਾਉਂਦੇ ਜਦੋਂ ਬਾਹਰ ਜਾਂਦੇ ਹਾਂ,
ਹੱਥ ਦੀ ਜਿਹੜੀ ਸਫਾਈ ਠੀਕ ਰੱਖਦੇ ਆ ਸਾਬਣ ਪਾਣੀ ਦੇ ਨਾਲ ਜਾਂ ਸੈਨੀਟਾਈਜ਼ਰ ਦੇ ਨਾਲ, ਤੇ ਅਸੀਂ ਬੜਾ ਕੁਛ ਇਹਦੇ ਵਿੱਚ ਅਚੀਵ ਕਰ ਲੈਂਦੇ ਆ, ਕਿਉਂਕਿ ਇਹਦੀ ਨਾ ਤੇ ਕੋਈ ਪੁਸ਼ਤਨ ਦੀ ਦਵਾਈ ਹੈਗੀ ਆ ਤੇ ਨਾ ਕੋਈ ਵੈਕਸੀਨ ਰਾਈਟ ਨਾਓ ਹੈਗਾ। ਸੋ ਇਹ ਸਾਨੂੰ ਬੜੇ ਲੰਬੇ ਅਰਸੇ ਤੱਕ ਕਰਦੇ ਰਹਿਣਾ ਚਾਹੀਦਾ। ਮੇਬੀ ਮੈਨੂੰ ਇਹ ਤਾਂ ਲੱਗਦਾ 2 ਸਾਲ ਸਾਨੂੰ ਕਰਦੇ ਰਹਿਣਾ ਪਊਗਾ। ਈਵਨ ਜਦੋਂ 에ਅਰਲਾਈਨ ਟ੍ਰੈਫਿਕ ਵੀ ਸਟਾਰਟ ਹੋਊਗਾ, ਸਾਰਾ ਕੁਝ ਹੋਊਗਾ, ਉਹਦੇ ਕੰਟਰੋਲ ਪੈਮਾਨੇ ਬਹੁਤ ਸਟਰੋਂਗ ਹੋਣਗੇ, ਸਟ੍ਰਿਕਟ ਹੋਣਗੇ। ਲੇਕਿਨ ਦੇਖੋ ਪਹਿਲੋਂ ਵੀ ਇਹ ਸਪਰੈਡ ਹੋਇਆ, ਉਦੋਂ ਤੇ ਅਣਜਾਣੇਪਨ 'ਚ ਸਪਰੈਡ ਹੋਇਆ, ਲੇਕਿਨ ਹੁਣ ਸਾਨੂੰ ਨੌਲੇਜ ਹੈਗੀ ਹੈ। ਲੇਕਿਨ ਕਦੀ ਨਾ ਕਦੀ ਇਨਫੈਕਸ਼ਨਸ ਜਿਹੜੇ ਹੈਗੇ ਉਹਨਾਂ ਨੂੰ ਡੱਕਣਾ, ਉਹਨਾਂ ਨੂੰ ਕੰਟਰੋਲ ਕਰਨਾ ਬੜਾ ਔਖਾ ਹੁੰਦਾ। ਡਾਕਟਰ ਪੁਰਜੀ, ਜਿੱਦਾਂ ਹੁਣ ਅਸੀਂ ਵਾਇਰਸ ਦੀ ਗੱਲ ਕਰਦੇ ਹੈਗੇ ਆ ਕਿ ਵਾਇਰਸ ਡਿਫਰੈਂਟ ਵਾਇਰਸ ਹੈ, ਕਈ ਵਾਇਰਸ ਦੇ ਨਾਲ ਅਸੀਂ ਰਹਿੰਦੇ ਯੂਜ਼ ਟੂ ਵੀ ਹੋ ਗਏ ਹੈਗੇ ਆ ਕਿ ਸਾਡੇ ਨਾਲ ਹੀ ਰਹਿ ਰਹੇ ਨੇ ਤੇ ਉਹ ਸਾਡੇ ਸਰੀਰ ਦੇ ਵਿੱਚ ਨੇ ਜਾਂ ਅਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੈਗੇ ਆ। ਪਰ ਹੁਣ ਜਦੋਂ ਅਫਰੀਕਾ ਦੀ ਗੱਲ ਕਰਦੇ ਆ, ਉੱਥੇ ਇੱਕ ਤਾਂ ਕਰੋਨਾ ਵਾਇਰਸ ਦੇ ਕੇਸ ਵੱਧ ਰਹੇ ਨੇ, ਨਾਲ ਉੱਥੇ ਖਸਰਾ ਜਿਹੜਾ ਉਹ ਵੀ ਹੈਗਾ ਆ, ਤੇ ਨਾਲ ਹੁਣ ਉੱਥੇ ਇਬੋਲਾ ਦੇ ਕੇਸ ਵੀ ਆ ਗਏ ਨੇ। ਹੁਣ ਇਹ ਜਿਹੜੇ ਵਾਇਰਸ ਨੇ ਉਹ ਇੱਕੋ ਦਮ ਇੰਨੇ ਜ਼ਿਆਦਾ ਵਾਇਰਸ ਜਦੋਂ ਇਕੱਠੇ ਆ ਜਾਂਦੇ ਨੇ, ਸੋ ਇੱਕ ਜਗ੍ਹਾ ਦੇ ਲਈ ਉਹਦੇ ਨਾਲ ਕੰਮ ਕਰਨਾ, ਉਹਦੇ ਨਾਲ ਡੀਲ ਕਰਨਾ ਕਿੰਨਾ ਔਖਾ ਹੋ ਜਾਂਦਾ। ਦੇਖੋ ਅਸੀਂ ਲੱਕੀ ਹੈਗੇ ਵੀ ਸਾਨੂੰ ਇਬੋਲਾ ਫੇਸ ਕਰਨਾ ਨਹੀਂ ਪਿਆ। ਕਾਫੀ ਕੰਟਰੀਜ਼ ਨੂੰ ਪਹਿਲੋਂ ਵੀ ਇੱਕ ਐਪੀਡੈਮਿਕ ਫੇਸ ਕਰਨੀ ਪਈ, ਹੁਣ ਵੀ ਇਬੋਲਾ ਚੱਲ ਰਿਹਾ ਔਰ WHO ਹਮੇਸ਼ਾ ਮੋਨੀਟਰ ਕਰਦਾ। ਇਹਦੇ 'ਚ ਰਿਸੋਰਸਿਸ ਦੀ ਲੋੜ ਹੈ, ਐਜੂਕੇਸ਼ਨ ਦੀ ਲੋੜ ਆ। ਜਿਹੜਾ ਮੀਜ਼ਲਸ ਆ ਉਹਦੇ ਅਗੇਂਸਟ ਤਾਂ ਵੈਕਸੀਨ ਹੈਗਾ, ਲੇਕਿਨ ਕਈ ਧਾਰਨਾਵਾਂ ਕਈ ਧਰਮ 'ਚ ਬਣੀਆਂ ਜਾਂ ਕਈ ਲੋਕਾਂ 'ਚ ਵੀ ਉਹ ਨਹੀਂ ਲਾਉਂਦੇ ਵੈਕਸੀਨ। ਕਈ ਜਗ੍ਹਾ 'ਚ ਉਹਨਾਂ ਕੋਲ ਸਾਧਨ ਨਹੀਂ ਹੈਗੇ, ਕਈ ਕੰਟਰੀਜ਼ ਕੋਲ ਪੈਸੇ ਨਹੀਂ ਹੈਗੇ। ਸੋ ਇਸ ਲਈ ਕਈ ਏਜੰਸੀਜ਼ ਜਿਹੜੀਆਂ ਹੈਗੀਆਂ ਉਹ ਵੈਕਸੀਨ ਮੁਹੱਈਆ ਕਰਾਉਂਦੇ ਆ। ਤੁਸੀਂ ਦੇਖੋ ਤੁਹਾਡੇ ਔਰ ਮੇਰੇ ਲਾਈਫ ਟਾਈਮ 'ਚ ਹਿੰਦੁਸਤਾਨ ਕੀ ਪੂਰੇ ਵਰਲਡ 'ਚ ਲਗਭਗ ਪੋਲੀਓ ਖਤਮ ਹੋ ਗਿਆ। ਕਿਉਂ ਖਤਮ ਹੋਇਆ? ਕਿਉਂਕਿ ਮਾਸ ਵੈਕਸੀਨੇਸ਼ਨ ਹੋਇਆ। ਜਿਹੜੇ ਵੈਕਸੀਨਸ ਹੈਗੇ ਆ ਉਹ ਤੁਹਾਨੂੰ ਡਿਜ਼ੀਜ਼ ਤੋਂ ਪ੍ਰੀਵੈਂਟ ਕਰਦੇ ਆ। ਉੱਦਾਂ ਹੀ ਮੈਂ ਜਦ ਟ੍ਰੇਨਿੰਗ ਕਰਦਾ ਸੀ ਅੱਜ ਤੋਂ 25 ਸਾਲ ਪਹਿਲਾਂ ਚਿਲਡਰਨਸ ਹਸਪੀਟਲ, ਅਸੀਂ ਹੀਮੋਫਿਲਸ ਇਨਫਲੂਐਂਜ਼ਾ ਇੱਕ ਬੈਕਟੀਰੀਆ ਹੁੰਦਾ, ਉਹਦੀ ਮੈਨੇਜਾਈਟਿਸ ਬਹੁਤ ਦੇਖਦੇ ਸੀ। ਜਦੋਂ ਉਹਦਾ ਵੈਕਸੀਨ ਬਣਿਆ 0 ਹੋ ਗਿਆ, ਇੱਕ ਵੀ ਮੈਨੇਜਾਈਟਿਸ ਦਾ ਕੇਸ ਨਹੀਂ ਦੇਖਦੇ ਸੀ। ਉੱਦਾਂ ਹੀ ਹੋਰ ਜਿਹੜੇ ਹੈਗੇ ਆ ਜਿੱਦਾਂ ਡਿਪਥੀਰੀਆ, ਟੈਟਨਸ ਹੈਗਾ, ਜਾਂ ਤੁਸੀਂ ਪੋਲੀਓ ਦੀ ਮੈਂ ਗੱਲ ਆਲਰੇਡੀ ਕਰ ਚੁੱਕਿਆ। ਸੋ ਇਹ ਸਾਰੀਆਂ ਚੀਜ਼ਾਂ ਤਾਂ ਹੀ ਬਣਦੀਆਂ ਅਗਰ ਵੈਕਸੀਨ ਸਾਰਿਆਂ ਨੂੰ ਮੁਹੱਈਆ ਕੀਤੀ ਜਾਏ। ਜਦੋਂ ਇਹ ਕੋਵਿਡ ਚੱਲ ਵੀ ਰਿਹਾ ਸੀ ਉਦੋਂ ਵੀ ਮੈਂ ਦੁਹਾਈ ਦੇ ਰਿਹਾ ਸੀ, ਸ਼ਾਇਦ ਤੁਹਾਡੇ ਪ੍ਰੋਗਰਾਮ 'ਚ ਕਿਹਾ ਵੀ ਜਿਹੜੇ ਨਿੱਕੇ ਨਿਆਣੇ ਹੈਗੇ ਜਿਨ੍ਹਾਂ ਦੀ 2, 4, 6 ਮਹੀਨੇ, ਸਾਲ, 1.5 ਸਾਲ 'ਚ ਵੈਕਸੀਨ ਲੱਗਦੀ, ਪਲੀਜ਼ ਕੈਰੀ ਔਨ। ਹੈਲਥ ਯੂਨਿਟ ਓਪਨ ਹੈਗੇ ਆ ਉਹਨਾਂ ਨੂੰ ਲਾਉਣ ਵਾਸਤੇ, ਕਿਉਂਕਿ ਆਪਾਂ ਉਹ ਮਿਸ ਨਹੀਂ ਕਰਨਾ, ਕਿਉਂਕਿ ਉਹਨਾਂ ਨੂੰ ਉਹ ਵੀ ਪ੍ਰੋਟੈਕਸ਼ਨ ਚਾਹੀਦੀ ਹੈ। ਐਟਲੀਸਟ ਸਾਡੇ ਕੋਲ ਉਸ ਬਿਮਾਰੀਆਂ ਵਾਸਤੇ ਤੇ ਵੈਕਸੀਨ ਹੈਗੀ ਆ, ਹੈ ਨਾ। ਸੋ ਇਸ ਲਈ ਸਾਨੂੰ ਜਿਹੜੇ ਵੈਕਸੀਨਸ ਜਿਹੜੇ ਹੈਗੇ ਆ ਉਹਦੇ ਉੱਤੇ ਫੇਥ ਰੱਖਣਾ ਚਾਹੀਦਾ। ਐਂਟੀ ਵੈਕਸੀਨਰਸ ਜਿਹੜੇ ਹੈਗੇ, ਜਿਹੜੇ ਵੈਕਸੀਨ 'ਚ ਬਿਲੀਵ ਨਹੀਂ ਕਰਦੇ, ਕਿਉਂਕਿ ਸੋਸ਼ਲ ਮੀਡੀਆ ਦਾ ਪਲੇਟਫਾਰਮ ਬਹੁਤ ਪਾਵਰਫੁਲ ਹੈਗਾ। ਕਈ ਵਾਰ ਉਹ ਗਲਤ ਆਪਣੇ ਵੱਲੋਂ ਜਿਹੜੀਆਂ ਮਨੋਧਾਰਨਾ ਬਣਾ ਕੇ ਪੇਸ਼ ਕਰ ਦਿੰਦੇ ਆ ਵੀ ਨਹੀਂ ਇਹਦੇ ਨਾਲ ਇਹ ਹੋ ਜਾਊਗਾ, ਉਹ ਹੋ ਜਾਊਗਾ, ਔਟਿਜ਼ਮ ਹੋ ਜਾਊਗਾ। ਲੇਕਿਨ ਜਿਹੜੀ ਵੀ ਰਿਸਰਚ ਆਈ ਆ ਉਹਨੇ ਡਿਸਪਰੂਵ ਕੀਤਾ ਵੀ ਕੋਈ ਵੀ ਵੈਕਸੀਨਸ ਦੇ ਨਾਲ ਔਟਿਜ਼ਮ ਨਹੀਂ ਹੁੰਦਾ, ਔਰ ਇਹਦੇ ਨਾਲ ਮਾਮੂਲੀ ਜਿਹਾ ਜਿਹੜਾ ਟੀਕੇ ਦੇ ਸਾਈਡ 'ਚ ਪੇਨ ਹੋਊਗਾ, ਰੈਡਨੈਸ ਹੋਏਗੀ ਜਾਂ ਥੋੜਾ ਬੁਖਾਰ ਹੋਊਗਾ। ਬੁਖਾਰ ਇਸ ਲਈ ਹੁੰਦਾ ਕਿਉਂਕਿ ਤੁਹਾਡਾ ਇਮਿਊਨ ਸਿਸਟਮ ਐਂਟੀਬੋਡੀਜ਼ ਬਣਾ ਰਿਹਾ ਹੁੰਦਾ ਉਸ ਬੈਕਟੀਰੀਆ ਜਾਂ ਵਾਇਰਸ ਦੇ ਖਿਲਾਫ ਜਿਹਦੇ ਲਈ ਤੁਹਾਨੂੰ ਵੈਕਸੀਨ ਦਿੱਤੀ। ਇਸ ਲਈ ਸਾਨੂੰ ਫੇਥ ਹੋਣਾ ਚਾਹੀਦਾ, ਸਾਨੂੰ ਟਰਸਟ ਹੋਣਾ ਚਾਹੀਦਾ। ਔਰ ਮੈਨੂੰ ਪਤਾ ਸਾਡਾ ਆਵਾਮ, ਕੈਨੇਡੀਅਨ ਆਵਾਮ ਬੜਾ ਸੈਂਸੀਬਲ ਆ, ਸੂਝਵਾਨ ਹੈ, ਇੰਟੈਲੀਜੈਂਟ ਆ ਔਰ ਟਰਸਟ ਕਰਦਾ। ਬਿਲਕੁਲ, ਤੇ ਨਾਲ ਅਸੀਂ ਜਿਵੇਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ BC ਦੇ ਵਿੱਚ ਵੀ ਜਿਹੜੇ ਕੇਸ ਨੇ ਉਹ ਘਟਦੇ ਜਾ ਰਹੇ ਨੇ, ਤੇ ਨਾਲ ਹੁਣ ਅਸੀਂ ਜੇ ਪੰਜਾਬ ਦੀ ਗੱਲ ਕਰੀਏ ਉੱਥੇ ਵੀ ਲੱਗ ਰਿਹਾ ਕਿ ਕੇਸ ਜਿਹੜੇ ਨੇ ਉਹ ਸਟੇਬਲ ਹੋ ਰਹੇ ਨੇ। ਹੁਣ ਜਿੱਥੇ ਸਟੇਬਲ ਹੋ ਰਹੇ ਨੇ, ਜਿਹੜੇ ਕੰਟਰੀ ਦੇ ਵਿੱਚ ਜਾਂ ਜਿਹੜੀ ਪ੍ਰੋਵਿੰਸ ਦੇ ਵਿੱਚ ਹੋ ਰਹੇ ਨੇ, ਉਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ ਆ ਕਿ ਹੋਰ ਨਾ ਵਧੇ ਇਹ ਵਾਇਰਸ? ਪਹਿਲੀ ਗੱਲ ਤੇ ਇਹ ਹੈਗੀ ਆ ਵੀ ਲੋਕਾਂ ਨੂੰ ਐਜੂਕੇਸ਼ਨ, ਦਿਸ ਇਜ਼ ਐਜੂਕੇਸ਼ਨ, ਮਾਸ ਐਜੂਕੇਸ਼ਨ ਰੋਜ਼। ਦੇਖੋ ਇੱਕ ਕਹਾਵਤ ਹੈਗੀ ਆ ਵੀ ਅਗਰ 3 ਹਫ਼ਤੇ ਆਪਾਂ ਕੋਈ ਚੀਜ਼ ਕਰੀਏ ਨਾ, ਉਹ ਸਾਡਾ ਸੁਭਾਅ ਬਣਨਾ ਸ਼ੁਰੂ ਹੋ ਜਾਂਦਾ। ਔਰ ਅਗਰ ਆਪਾਂ 40 ਦਿਨ ਉਹ ਕਰ ਲਈਏ ਤੇ ਉਹ ਸਾਡਾ ਪਰਮਾਨੈਂਟ ਸੁਭਾਅ ਚੇਂਜ ਹੋ ਜਾਂਦਾ। ਸੋ 3 ਹਫ਼ਤੇ ਤੋਂ 40 ਦਿਨ ਦਾ ਜਿਹੜਾ ਹੈਗਾ, ਸੋ ਇਹਦੇ 'ਚ ਐਜੂਕੇਸ਼ਨ। ਦੂਜਾ, ਜਿਹੜੇ ਲੋਕਡਾਊਨ ਤੋਂ ਆਪਾਂ ਨਿਕਲੇ ਆ ਫੇਸ ਬਾਏ ਫੇਸ, ਜਿੱਦਾਂ ਹੁਣ ਆਪਾਂ ਫੇਸ 2 ਤੇ ਦੇਖਿਆ ਵੀ ਸਾਡੇ ਤੇ ਕੋਈ ਇੰਨੀ ਪਰੇਸ਼ਾਨੀ ਨਹੀਂ ਆ ਰਹੀ, ਤਾਂ ਹੀ ਮਾਨਯੋਗ ਸਾਡੇ ਪ੍ਰੀਮੀਅਰ ਸਾਹਿਬ ਨੇ ਕਿਹਾ ਵੀ ਅਸੀਂ ਹੋ ਸਕਦਾ ਮਿਡਲ ਆਫ ਜੂਨ ਫੇਸ 3 'ਚ ਜਾਈਏ। ਸੋ ਹੌਲੀ ਕਰਕੇ ਆਪਾਂ ਨੂੰ ਕਰਨਾ ਪੈਣਾ। ਇੱਕ ਕਹਾਵਤ ਹੈਗੀ ਆ ਵੀ ਜਿਹੜਾ ਚਾਹ ਦਾ ਅਗਰ ਮੂੰਹ ਦੇ ਵਿੱਚ ਸੜਿਆ ਹੋਵੇ, ਉਹ ਦੁੱਧ ਨੂੰ ਵੀ ਫੂਕ, ਲੱਸੀ ਨੂੰ ਵੀ ਫੂਕ ਮਾਰ ਕੇ ਪੀਂਦਾ, ਕਿਉਂਕਿ ਇੰਨੇ ਸਾਰਿਆਂ ਤੇ ਗੋਡੇ ਲਵਾਤੇ ਕੋਵਿਡ ਨੇ, ਇੰਨਾ ਸਾਰਾ ਤਰਥੱਲੀ ਮਚੀ, ਡੈਥਸ ਹੋਏ। ਇਸ ਲਈ ਲੋਕੀ ਬੜੀ ਕੌਸ਼ੀਅਸਲੀ ਹੈਗੇ। ਸਾਡੇ ਰੈਗੂਲੇਟਰਸ, ਸਾਡੇ ਹੈਲਥ ਐਡਵਾਈਜ਼ਰ,
ਸਾਡੇ ਜੋ ਵੀ ਚੈਂਪੀਅਨਸ ਹੈਗੇ ਹੈਲਥ ਕੇਅਰ ਦੇ, ਉਹ ਸਾਨੂੰ ਕਹਿੰਦੇ ਵੀ ਹੌਲੀ ਹੌਲੀ ਕਦਮ ਰੱਖ ਕੇ ਆਪਾਂ ਬਾਹਰ ਨਿਕਲਣਾ, ਤਾਂ ਕਿ ਇਹ ਦੁਬਾਰਾ ਜਿਹੜਾ ਹੈਗਾ ਸਾਨੂੰ ਇਹ ਸੰਤਾਪ ਨਾ ਭੋਗਣਾ ਪਏ। ਹੁਣ ਦੇਖੋ, ਅਗਰ ਲੋ ਗ੍ਰੇਡ 'ਚ ਬੈਕਗਰਾਉਂਡ 'ਚ ਚੱਲਦਾ ਔਰ ਆਪਾਂ ਕੰਮ ਤੇ ਜਾ ਰਹੇ ਆ, ਸਕੂਲ ਜਾ ਰਹੇ ਆ, ਸਾਰੇ ਕੰਮ ਕਰ ਰਹੇ ਆ, ਔਰ ਥੋੜੇ ਬਹੁਤ ਕੇਸਿਸ ਹੈਗੇ ਆ, ਜਿੱਦਾਂ ਥੋੜੇ ਬਹੁਤ ਕੇਸਿਸ ਫਲੂ ਦੇ ਵੀ ਹਮੇਸ਼ਾ ਰਹਿੰਦੇ ਆ ਸਿਆਲਾਂ 'ਚ, ਜਿਹਨੂੰ ਆਪਾਂ ਇਨਫਲੂਐਂਜ਼ਾ ਕਹਿੰਦੇ ਆ ਨਾ, ਉਹ ਆਪਾਂ ਮੈਨੇਜ ਕਰ ਸਕਦੇ ਆ। ਲੇਕਿਨ ਜਦੋਂ ਹਾਈਪਰ ਲੋਡ ਹੁੰਦਾ ਹੈਲਥ ਕੇਅਰ ਸਿਸਟਮ ਦੇ ਉੱਤੇ, ਮੈਨ ਪਾਵਰ ਦੇ ਉੱਤੇ, ਇਕਵਿਪਮੈਂਟ ਦੇ ਉੱਤੇ, ਉਹ ਟਰਬਲ ਹੈ। ਲੇਕਿਨ ਸਾਨੂੰ ਇਹ ਲੱਗਦਾ ਵੀ ਕੈਨੇਡਾ ਦੀ ਕੈਪੈਸਿਟੀ ਹੈਗੀ ਆ ਵੀ ਆਪਾਂ ਇਹਨੂੰ ਮੈਨੇਜ ਕਰ ਸਕਦੇ ਆ ਅਗਰ ਸੈਕਿੰਡ ਵੇਵ ਵੀ ਆਊਗੀ। ਲੇਕਿਨ ਸੈਕਿੰਡ ਵੇਵ ਨੂੰ ਆਪਾਂ ਦਬਾ ਸਕਦੇ ਆ, ਘੱਟ ਕਰ ਸਕਦੇ ਆ, ਅਗਰ ਆਪਾਂ ਸਾਰੇ ਸੱਭਿਅ ਰਹੀਏ, ਆਪਾਂ ਸਾਰੇ ਇਹ ਕੰਮ ਕਰਦੇ ਰਹੀਏ ਜਿਹੜੇ ਹੁਣ ਕਰਦੇ ਆਏ ਸਾਂ। ਪਲੈਕਸੀ ਗਲਾਸ ਜਿਹੜਾ ਹੈਗਾ, ਥੋੜਾ ਡਿਸਟੈਂਸ ਜ਼ਿਆਦਾ ਰੱਖੀਏ, ਬਾਹਰ ਜਾਣੇ ਆਪਾਂ ਮਾਸਕ ਪਾਈਏ, ਹੈਂਡ ਵਾਸ਼ਿੰਗ ਕਰੀਏ ਔਰ ਟੈਸਟਿੰਗ ਕਰੀਏ ਅਗਰ ਸਾਨੂੰ ਲੱਗਦਾ ਵੀ ਅਸੀਂ ਬਿਮਾਰ ਆ। ਡਾਕਟਰ ਪ੍ਰਸ਼ਾਂਤ ਝਾ ਹੈਗੇ ਆ ਟੋਰਾਂਟੋ ਦੇ, ਉਹ 10,000 ਲੋਕਾਂ ਦੇ ਉੱਤੇ ਕਿਟ ਭੇਜਣਾ ਚਾਹੁੰਦੇ ਆ ਵੀ ਖੂਨ ਦਾ ਇੱਕ ਤੁਪਕਾ ਲੈ ਕੇ ਐਂਟੀਬੋਡੀ ਟੈਸਟ ਕਰਨ ਦਾ। ਉਹਦੇ 4,000 ਘੱਟ ਤੋਂ ਘੱਟ ਵਿਅਕਤੀ 60 ਸਾਲ ਤੋਂ ਉਤਲੀ ਉਮਰ ਦੇ ਹੋਣਗੇ, ਤੇ ਉਹਦੇ ਵਿੱਚ ਪਹਿਲੀ ਵਾਰ ਪਤਾ ਲੱਗੂਗਾ ਵੀ ਕਿੰਨੇ ਕੁ ਲੋਕਾਂ ਨੂੰ ਅਟੇ-ਸੱਟੇ ਕੋਵਿਡ ਹੋ ਚੁੱਕੇ, ਕਿਉਂਕਿ ਕਈਆਂ ਲੋਕਾਂ ਨੂੰ ਕੋਵਿਡ ਦੇ ਲੱਛਣ ਹੋਏ, ਲੇਕਿਨ ਉਹਨਾਂ ਨੇ ਕਿਹਾ ਬਈ ਘਰ ਜਾਓ, ਅਗਰ ਤੁਹਾਨੂੰ ਕੋਈ ਕੰਪਲਿਕੇਸ਼ਨ ਹੈਗਾ ਤਾਂ ਆਇਓ, ਤਾਂ ਉਹਨਾਂ ਦੀ ਟੈਸਟਿੰਗ ਹੋਈ ਨਹੀਂ। ਔਰ ਡੇਟਾ ਇਹ ਸਾਹਮਣੇ ਆ ਰਿਹਾ ਸੀ ਵੀ 6% ਕੈਨੇਡੀਅਨ ਇਹ ਬਿਲੀਵ ਕਰਦੇ ਆ ਵੀ ਉਹਨਾਂ ਨੂੰ ਕੋਵਿਡ ਹੋ ਚੁੱਕਿਆ, ਲੇਕਿਨ ਉਦੋਂ ਟੈਸਟਿੰਗ ਅਵੇਲੇਬਲ ਨਹੀਂ ਸੀ। ਸੋ 6% ਬਣਦਾ ਘੱਟ ਤੋਂ ਘੱਟ 2 ਮਿਲੀਅਨ ਆਵਾਮ ਤੋਂ 10,000 ਕਿਟਸ ਤਾਂ ਚਲੋ ਥੋੜਾ ਬਹੁਤ, ਇੱਕ ਕਹਿੰਦੇ ਆ ਵੀ ਜਿੱਦਾਂ ਨਹੀਂ ਆਪਾਂ ਚੌਲ ਰਹਿੰਦੇ ਆ ਤੇ ਇੱਕ ਦਾਣਾ ਫੜ ਕੇ ਦੇਖਦੇ ਆ ਵੀ ਉਹਦਾ ਪਤਾ ਲੱਗ ਜਾਂਦਾ ਵੀ ਦੂਜੇ ਗਲੇ ਆ ਜਾਂ ਠੀਕ ਹੋ ਗਏ ਕਿ ਨਹੀਂ। ਸੋ ਇਹ ਪਾਇਲਟ ਸਟੱਡੀ ਹੈਗੀ ਆ, ਉਹ ਕਹਿੰਦੇ ਵੀ ਅਗਰ ਮੈਨੂੰ 1 ਲੱਖ ਦੀ ਇਜਾਜ਼ਤ ਮਿਲਦੀ ਆ ਤੇ ਸਟੱਡੀ ਹੋਰ ਪਾਇਦਾਰ ਹੋ ਜਾਂਦੀ। ਸੋ ਇੱਥੇ ਕਾਫੀ ਨਵਾਂ ਜਿਹੜਾ ਰਿਸਰਚ ਆਊਗਾ। ਐਂਟੀਬੋਡੀਜ਼ ਜਿਹੜੀਆਂ ਹੈਗੀਆਂ ਉਹ ਬਹੁਤ ਜ਼ਰੂਰੀ ਹੈਗੀਆਂ। ਉਹ ਸਵੀਡਨ ਤੋਂ ਜਿਹੜੀ ਅੱਜ ਖਬਰ ਆਈ ਆ ਵੀ ਉਹਨਾਂ ਨੇ ਕੋਸ਼ਿਸ਼ ਕੀਤਾ ਸੀ ਲਾਕਡਾਊਨ ਨਾ ਕੀਤਾ ਜਾਏ ਤਾਂ ਕਿ ਸਾਰਿਆਂ ਨੂੰ ਕੋਵਿਡ ਹੋ ਕੇ ਐਂਟੀਬੋਡੀ ਹੋਏ, ਲੇਕਿਨ ਉਹਨਾਂ ਦਾ ਪਲਾਨ ਫੇਲ ਹੋ ਗਿਆ। ਐਂਟੀਬੋਡੀ ਸਿਰਫ 8% ਲੋਕਾਂ ਨੂੰ ਉੱਥੇ ਹੋਈ ਔਰ 70% ਤੋਂ ਜ਼ਿਆਦਾ ਲੋਕਾਂ ਨੂੰ ਐਂਟੀਬੋਡੀ ਚਾਹੀਦੀ ਹੈ ਪੂਰੇ ਏਰੀਆ 'ਚ ਤਾਂ ਕਿ ਵੈਕਸੀਨ ਦੀ ਲੋੜ ਨਾ ਪਵੇ। ਸੋ ਉਹ ਵੀ ਉਹਨਾਂ ਦਾ ਹੁਣ ਦੁਖਾਂਤ ਹੈਗਾ, ਕਿਉਂਕਿ ਉਹਨਾਂ ਦੀ ਮੌਤਾਂ ਨਾਲ ਦੇ ਜਿਹੜੇ ਕੰਟਰੀਜ਼ ਉਹਨਾਂ ਤੋਂ 20 ਟਾਈਮਸ ਜ਼ਿਆਦਾ ਹੋਈਆਂ। ਬਿਲਕੁਲ ਇਹ ਹੁਣ ਨਿਊ ਨੋਰਮਲ ਹੈਗਾ ਆ, ਤੇ ਇਹਦੇ ਵਿੱਚ ਬਹੁਤ ਸਾਰੀਆਂ ਸਟੱਡੀਜ਼ ਹੋ ਰਹੀਆਂ ਨੇ, ਬਹੁਤ ਸਾਰੀਆਂ ਟਰਾਇਲਸ ਹੋ ਰਹੀਆਂ ਨੇ, ਵੈਕਸੀਨੇਸ਼ਨ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਪਰ ਫਿਊਚਰ ਦਾ ਹਜੇ ਵੀ ਨਹੀਂ ਪਤਾ ਕਿ ਕੀ ਹੋਵੇਗਾ, ਕਦੋਂ ਆਵੇਗਾ। ਤੁਸੀਂ ਸਾਨੂੰ ਟਾਈਮ ਟੂ ਟਾਈਮ ਅਪਡੇਟ ਦਿੰਦੇ ਰਹਿੰਦੇ ਹੋ ਕਿ ਵਰਲਡ ਵਾਈਡ ਕੀ ਹੋ ਰਿਹਾ, BC ਦੇ ਵਿੱਚ ਕੀ ਹੋ ਰਿਹਾ, ਕਿਹੜੀਆਂ ਟਰਾਇਲਸ ਹੋ ਰਹੀਆਂ ਨੇ। ਉਹਦੇ ਲਈ ਤੁਹਾਡਾ ਧੰਨਵਾਦ, ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਵੈਕਸੀਨ ਆ ਉਹ ਛੇਤੀ ਆਵੇ, ਤੇ ਉਹਦੇ ਬਾਰੇ ਵੀ ਤੁਸੀਂ ਸਾਨੂੰ ਛੇਤੀ ਜਾਣਕਾਰੀ ਦਿਓ। ਬਿਲਕੁਲ, ਮੇਰਾ ਸੁਭਾਗ ਹੈਗਾ ਵੀ ਤੁਸੀਂ ਹਮੇਸ਼ਾ ਸੰਗਤਾਂ ਦੇ ਨਾਲ ਰੂਬਰੂ ਕਰਦੇ ਹੋ, ਔਰ ਜਦੋਂ ਵੀ ਕੋਈ ਗੱਲ ਆਈ ਮੈਂ ਬਿਲਕੁਲ ਤੁਰੰਤ ਤੁਹਾਨੂੰ ਚੁੰਡੀ ਵੱਢ ਕੇ ਖਬਰ ਦਊਂਗਾ ਵੀ ਵੈਕਸੀਨ ਆ ਗਈ ਹੈ। ਸੋ ਡੋਂਟ ਵਰੀ, ਖੁਸ਼ ਰਹੋ, ਜੋ ਤੁਸੀਂ ਕਰਦੇ ਰਹੋ, ਔਰ ਲੋਕਲ ਜਿਹੜੇ ਤੁਹਾਡੇ ਸੈਂਟਰ ਫॉर ਡਿਜ਼ੀਜ਼ ਕੰਟਰੋਲ ਆ ਉਹਨਾਂ ਨੂੰ ਲਿਸਨ ਕਰੋ। ਧੰਨਵਾਦ ਜੀ। ਸੋ ਹਰੇਕ ਹਫਤੇ ਦੀ ਤਰ੍ਹਾਂ ਇਸ ਹਫਤੇ ਵੀ ਗੱਲਬਾਤ ਹੋਈ ਡਾਕਟਰ ਪ੍ਰਗਟ ਸਿੰਘ ਜੀ ਨਾਲ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕੀ ਕੁਝ ਹੋ ਰਿਹਾ ਹੈਗਾ ਆ ਵਰਲਡ ਵਾਈਡ, ਕਿਹੜੀਆਂ ਵੈਕਸੀਨ ਦੇ ਉੱਤੇ ਕੰਮ ਚੱਲ ਰਿਹਾ ਹੈਗਾ ਆ। ਸੋ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ, ਹੋਰ ਅਪਡੇਟਸ ਦੇ ਲਈ ਤੁਸੀਂ ਬਣੇ ਰਹੋ ਸਾਡੇ ਨਾਲ, ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।